सत श्री अकाल मेरे सारे दोस्तों, की हाल ने जी। उम्मीद करदा बिल्कुल ठीक होवोगे। मैनूं लगदा कि रोटियां रोटियां छक लियां होणगीਆਂ, चाह चू पी ली होਊਗੀ दो वाली। ठीक है, कौले पर मारे होणगे अंदर। तो हुण तुसीं हो गए होणगे विहले। तो जे हुण विहले हो गए तो अपने लैक्चर ला लो भाई हुण आके। ठीक है, तो लैक्चर अपना शुरू हो चुका हैगा। लैक्चर दे विच आपां की कर रहे हैं बच्चों, अज तुहाडे लैक्चर आपां यूट्यूब ते तुहानूं रीजनिंग करवाया करांगे। बहुत वधिया ढंग नाल रीजनिंग करवाई जाऊगी तुहानूं, क्योंकि बहुत सारे बच्चों ने मैसेज आई जाते सी कि सर कि सानूं रीजनिंग करवाओ, यूट्यूब ते करवा दो। ठीक है, तो जरूर बच्चों यूट्यूब ते तुहानूं करावांगे। इस तो पहलां भी अपने 70% सिलेबस कंप्लीट हो चुका हैगा यूट्यूब ते भी। तो रैंकिंग तुहानूं जिन्ने जिन्ने भी मेन टॉपिक है, जिवें मैथ दे हो गए, 2D 3D हो गई मैथ दी, तो होर भी जिन्ने मैथ के कई चैप्टर है वो भी आप यूट्यूब पर करवाते रहांगे। ठीक है जी। तो बाकी जो किसी बच्चे ने अपना बैच लेना वो भी लै सकदा। बैच के तुहानूं फुल सिलेबस मिल जा करूगा। ठीक है जी, बिल्कुल नॉर्मल प्राइस ते ऐप का नाम की अपना दीप भुल्लर एजुकेशन अरा। तो जिन्ना बच्चा कोई आईफोन है उन्होंने ऐप डाउनलोड करनी हैगी क्लास प्लस। तो ORG कोड फिल करना XX रैम। जो किसी बच्चे को कोई प्रॉब्लम होती XX रैम है। ठीक है, जो किसी बच्चे को कोई प्रॉब्लम होती 78 148 85 915 कॉल कर सकता। तो हम बंद वांगू लैक्चर ला लो, रैंकिंग का नहीं छित्र पैंते दिन चढ़ा देना मैं। ठीक है, हूँ बहुत सख्ताई करनी है थोड़े ते। ठीक है, बच्चे ਜਿਹੜੇ पंजाब पुलिस के अपने सिलेक्ट होया, बहुत बहुत बधाइयां भाई उन्होंने। ठीक है, बच्चे मिलने भी आते हैं कि जी धन्यवाद करते हैं असीं तुहाडा। ठीक है, तो तुसीं भी यार लगो नौकरी, तो फिर भी मैनू मिठाई मठूई दे के जाया करोगे तुसीं। मैं तो हुण वाहवा टाइम हो गया मिठाई मठूई लिआंदी नहीं सी, तुसीं दे जाते हो। तो हुण बाई बन के हुण तुसीं लग जाओ। ठीक है, तो मेरा डब्बा तैयार रखियो। ठीक है, खाली ना किते पतंदरों लैके आ जाओ विच डले हो साडे ਉਹਦੇ वांगू। साडे ना एक रिश्तेदारी च हुंदा सी, मामा लगदा सी मेरी मम्मी वर्गिਆਂ ਦਾ। ਉਹ ਕੀ ਕਰਿਆ ਕਰੇ ਭਾਈ, ਉਹ ਸਾਈਕਲ 'ਚ ਆਇਆ ਕਰੇ ਤੇ ਇੱਕ ਤਾਂ ਉਹ ਡੱਬਾ ਜਿਹਾ ਲਿਆਇਆ ਕਰੇ ਦੂਜਾ ਮਿਠਾਈ ਦਾ। ਉਹ ਮਿਠਾਈ ਦੇ ਡੱਬੇ ਦੇ ਵਿੱਚ 5-7 ਲੱਡੂ ਹੋਇਆ ਕਰਨ, ਵਿੱਚ ਪਤੰਦਰ 3-4 ਗੰਢੇ ਪਾ ਕੇ ਲਿਆਇਆ ਕਰੇ। ਤੇ ਮੰਮੀ ਅੱਗੇ ਇਹਨੂੰ ਕੀ ਪੁੱਛਿਆ ਕਰਾਂ ਮੈਂ ਕਿਹਾ ਜਿਹੜੇ ਇਹ ਮੰਮੀ ਵਿੱਚ ਗੰਢੇ ਕਿਉਂ ਪਾ ਲਿਆ ਹੁੰਦਾ। ਉਹ ਕਹਿੰਦੇ ਡੱਬਾ ਘੜਦਾ ਹੁੰਦਾ ਮਾੜਾ ਮੋਟਾ, ਕਿ ਡੱਬਾ ਖਾਲੀ ਜਿਹਾ ਲੱਗੂ, ਉਹਦੇ ਵਿੱਚ 2-3 ਗੰਢੇ ਸਿੱਟ ਲਿਆਉਂਦਾ ਗਾ, ਕਿੰਨੇ ਡੱਬਾ ਭਰਿਆ ਭਰਿਆ ਲੱਗੂਗਾ। ਠੀਕ ਹੈ, ਉਹ ਕੰਮ ਤੁਸੀਂ ਨਾ ਕਰਿਓ ਪਤੰਦਰ। ਉਹ ਕਿਤੇ ਮੈਨੂੰ ਲਿਆ ਕੇ ਡੱਬਾ ਅੱਧਾ ਕਿਲੋ ਦਾ ਹੋਵੇ ਤੇ ਅੱਧਾ ਕਿਲੋ ਲੱਡੂ ਪਵਾ ਕੇ ਵਿੱਚ ਗੰਢੇ ਪਾ ਕੇ ਲਿਆਓ। ਠੀਕ ਹੈ, ਮੈਨੂੰ ਪਿਓਰ ਮਿਠਾਈ ਚਾਹੀਦੀ ਹੈ, ਤੇ ਤਾਂ ਕਰਕੇ ਪੜ੍ਹਾਈ ਸ਼ੁਰੂ ਕਰ ਦਿਓ, ਨਹੀਂ ਮੈਨੂੰ ਕਰਵਾਉਣੀ ਵੀ ਆਉਂਦੀ ਹੈ। ਠੀਕ ਹੈ, ਤੇ ਬਾਕੀ ਜਿਹੜਾ ਬੱਚਾ ਪੜੂਗਾ ਉਹਨੂੰ ਆਪਾਂ ਮੱਗਰ ਦੇ ਹੱਥੋਂ ਨਿਯੁਕਤੀ ਪੱਤਰ ਦਵਾਵਾਂਗੇ। ਠੀਕ ਹੈ, ਤੇ ਚਲੋ ਹੁਣ ਆਪਾਂ ਲੈਕਚਰ ਲਾਉਣ ਲੱਗਿਆ ਰੈਂਕਿੰਗ ਦਾ। ਰੈਂਕਿੰਗ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਬੱਚੋ, ਰੈਂਕ ਦੇ ਵਿੱਚ ਬੈਠਣ ਨੂੰ ਰੈਂਕਿੰਗ ਕਹਿੰਦੇ ਹੁੰਦੇ ਆ। ਮੈਂ ਤਾਂ ਤੁਹਾਡੇ ਦਿਮਾਗ 'ਤੇ ਬੋਝ ਪਾਉਣੀ ਨਹੀਂ, ਮੈਂ ਤਾਂ ਤੁਹਾਨੂੰ ਇੰਨੇ ਵਧੀਆ ਤਰੀਕੇ ਨਾਲ ਪੜ੍ਹਾਉਣਾ ਕਿ ਬਸ ਬੋਝ ਬੂਝ ਤੁਸੀਂ ਛੱਡ ਦਿਓ ਯਾਰ। ਠੀਕ ਹੈ, ਬਸ ਮੈਨੂੰ ਕੁਛ ਨਹੀਂ ਚਾਹੀਦਾ। 10-15 ਰੋਟੀਆਂ ਖਾ ਲਿਆ ਕਰੋ, ਉੱਤੋਂ ਦੀ ਮਾਰਿਆ ਕਰੋ ਲੱਸੀ ਦਾ ਕੌਲਾ ਆ ਕੇ ਮੇਰੀ ਕਲਾਸ ਦੇ ਮੂਹਰੇ ਬਹਿ ਜਾ ਕਰੋ। ਠੀਕ ਹੈ, ਬੋਰ ਆਪਾਂ ਤੁਹਾਨੂੰ ਹੋਣ ਨਹੀਂ ਦਿੰਦੇ। ਹੁਣ ਆਹ ਚੀਜ਼ ਆਪਣੇ ਕੋਲ, ਆਹ ਚੀਜ਼ ਹੈ। ਹੁਣ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਚੀਜ਼ ਦੱਸਦਾ ਬੱਚੋ, ਤੁਹਾਨੂੰ ਨਾ ਇੱਥੇ ਪੇਪਰ ਦੇ ਵਿੱਚ ਲਿਖਿਆ ਹੋਊਗਾ ਕੌਨਸੋਨੈਂਟ। ਕੌਨਸੋਨੈਂਟ ਕੀ ਹੁੰਦੇ ਆ ਪੰਜਾਬੀ ਦੇ ਵਿੱਚ? ਕੌਨਸੋਨੈਂਟਾਂ ਨੂੰ ਕੀ ਕਹਿੰਦੇ ਆ? ਵਿਅੰਜਨ। ਠੀਕ ਹੈ ਜੀ। ਇੱਕ ਹੁੰਦੇ ਆ ਵੋਵਲ ਅੱਖਰ ਬੱਚਿਓ। ਕਿਹੜੇ ਅੱਖਰ ਹੁੰਦੇ ਆ? ਵੋਵਲ ਅੱਖਰ। ਇਹਨਾਂ ਨੂੰ ਪੰਜਾਬੀ ਦੇ ਵਿੱਚ ਕੀ ਕਹਿੰਦੇ ਆ? ਸਵਰ ਕਹਿੰਦੇ ਆ। ਜਿਹੜੇ ਬੱਚਿਆਂ ਨੂੰ, ਮੈਨੂੰ ਲੱਗਦਾ ਜਿਹੜੇ ਬੱਚਿਆਂ ਨੂੰ ਪੰਜਾਬੀ ਪੜ੍ਹੀ ਹੋਊਗੀ, ਆਪਣੀ YouTube 'ਤੇ ਕਲਾਸਾਂ ਲੱਗੀਆਂ ਹੋਈਆਂ, ਉਹਨਾਂ ਦਾ ਪਤਾ ਹੋਊਗਾ ਕਿ ਵੋਵਲ ਕੀ ਹੁੰਦੇ ਆ ਅਤੇ ਵਿਅੰਜਨ ਕੀ ਹੁੰਦੇ ਆ ਬੱਚੋ। ਜਿਹੜੇ ਕੌਨਸੋਨੈਂਟ ਹੁੰਦੇ ਆ ਨਾ, ਇਹਨੂੰ ਵਿਅੰਜਨ ਕਹਿੰਦੇ ਹੁੰਦੇ ਆ। ਵਿਅੰਜਨ ਕਿਹੜੇ ਕਿਹੜੇ ਹੁੰਦੇ ਆ ਬੱਚੋ? ਇਹ ਤੁਹਾਨੂੰ ਦੱਸਦਾ। ਉਹਦਾ ਊੜਾੜੇ ਉੱਧਰ ਆ ਜਾਂਦੀ ਹੈਗੀ, ਜਿਵੇਂ ਊੜੇ ਆੜੇ ਦੇ ਵਿੱਚ ਆਪਣੇ 3 ਸਵਰ ਹੁੰਦੇ ਆ। ਊੜੇ ਆੜੇ 'ਚ ਆਪਣੇ ਸਵਰ ਕਿਹੜੇ ਹੁੰਦੇ? ਊੜਾ ਆੜਾ ਹੁੰਦੇ ਆ। ਹੁਣ ਤੁਹਾਨੂੰ ਮੈਂ ਗੱਲ ਦੱਸਣ ਲੱਗਾ, ਆਪਣੇ ਵੋਵਲ ਅੱਖਰ ਹੁੰਦੇ ਆ ਬੱਚੋ। ਇੱਕ ਜਿਵੇਂ ਏ ਹੋ ਗਿਆ, ਇੱਕ ਈ ਹੋ ਗਿਆ, ਇੱਕ ਆਈ ਹੋ ਗਿਆ, ਇੱਕ ਓ ਹੋ ਗਿਆ, ਇੱਕ ਯੂ ਹੋ ਗਿਆ। ਇਹਨਾਂ ਪੰਜਾਂ ਨੂੰ ਆਪਾਂ ਕੀ ਕਹਿੰਦੇ ਆ ਬੱਚੋ? ਇਹਨਾਂ ਨੂੰ ਆਪਾਂ ਕਹਿੰਦੇ ਆ ਵੋਵਲ ਅੱਖਰ। ਇਹਨਾਂ ਨੂੰ ਆਪਾਂ ਵੋਵਲ ਅੱਖਰ ਕਹਿੰਦੇ ਆ, ਅਤੇ ਪੰਜਾਬੀ ਦੇ ਵਿੱਚ ਆਪਾਂ ਇਹਨਾਂ ਨੂੰ ਕਹਾਂਗੇ ਸਵਰ। ਠੀਕ ਹੈ, ਕਿਉਂਕਿ ਜੇ ਪੰਜਾਬੀ ਦੇ ਵਿੱਚ ਕਨਵਰਟ ਕੀਤਾ ਉੱਥੇ ਤੁਹਾਨੂੰ ਸਵਰ ਲਿਖਿਆ ਪਾਊਗਾ। ਠੀਕ ਹੈ, ਅਤੇ ਇਹ ਅੱਖਰਾਂ ਨੂੰ ਛੱਡ ਕੇ ਜਿੰਨੇ ਵੀ ਅੰਗਰੇਜ਼ੀ ਦੇ ਮਗਰਲੇ ਪਾਸੇ ਅੱਖਰ ਰਹਿ ਗਏ, ਜਿੰਨੇ ਵੀ ਰਹਿ ਗਏ, ਉਹ ਸਾਰੇ ਕੀ ਹੋਣਗੇ? ਉਹ ਹੋਣਗੇ ਕੌਨਸੋਨੈਂਟ। ਕੌਨਸੋਨੈਂਟ ਦਾ ਮਤਲਬ ਕੀ ਹੋਣਗੇ? ਵਿਅੰਜਨ ਹੋਣਗੇ। ਹੁਣ ਜਦੋਂ ਵੀ ਆਪਾਂ ਪ੍ਰਸ਼ਨ ਹੱਲ ਕਰਾਂਗੇ, ਕਿਰਪਾ ਕਰਕੇ ਇਹ ਚੀਜ਼ਾਂ ਦੀ ਗੌਰ ਰੱਖਿਓ। ਠੀਕ ਹੈ, ਕਿ ਅੱਖਾਂ ਮਿਚੀਆਂ ਨਾ ਰਹਿ ਜਾਣ। ਓਕੇ, ਅਤੇ ਬੈਠੋ ਹੁਣ। ਚਲੋ ਹੁਣ ਚੱਲਦੇ ਆਪਾਂ ਪ੍ਰਸ਼ਨ 'ਤੇ। ਕੁਛ ਨਹੀਂ ਹੁੰਦਾ, ਕੋਈ ਚੱਕਰ ਵਾਲੀ ਗੱਲ ਨਹੀਂ। ਤੁਹਾਨੂੰ ਇੱਕ ਚੀਜ਼ ਦੇਣਗੇ ਬਸ, ਜਦੋਂ ਉਹਦੇ ਵਿੱਚੋਂ ਭੱਲਣੀ ਹੋਊਗੀ। ਕੀ ਕਹਿ ਰਹੇ ਨੇ? ਕਹਿੰਦੇ ਸਟੱਡੀ ਆਫ ਦਾ ਫੋਲੋਇੰਗ ਅਰੇਂਜਮੈਂਟ ਕੇਅਰਫੁਲੀ ਐਂਡ ਆਨਸਰ ਦਾ ਕੁਐਸਚਨ ਗਿਵਨ ਬਿਲੋ। ਜਿਹੜੇ ਥੱਲੇ ਆਨਸਰ ਦਿੱਤੇ ਉਹਨੇ ਪ੍ਰਸ਼ਨ ਉੱਤਰ ਦੱਸੋ। ਇੰਨੀ ਕੁ ਅੰਗਰੇਜ਼ੀ ਮੈਨੂੰ ਆਉਂਦੀ ਹੈ ਕਿ ਤੁਹਾਨੂੰ ਲੱਗਦਾ ਹੋਵੇ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਇੰਨੀ ਕੁ ਅੰਗਰੇਜ਼ੀ ਆਪਾਂ ਨੂੰ। ਠੀਕ ਹੈ, ਬਸ ਅੰਗਰੇਜ਼ੀ 'ਚ ਹੱਥ ਤੰਗ ਆਪਣਾ। ਹੁਣ ਕੀ ਕਰਿਆ ਜਾਵੇ? ਹੁਣ ਦੇਖੋ ਬੱਚਿਓ, ਆਪਾਂ ਨੂੰ ਆਹ ਚੀਜ਼ ਦਿੱਤੀ ਇਹਨਾਂ ਨੇ। ਇਹ ਕਰ ਲਈਏ ਜੂਮ ਥੋੜ੍ਹੀ ਜੀ, ਕਹੋ ਤਾਂ। ਲਓ, ਇਹ ਇੰਨੀ ਕੁ ਬਹੁਤ ਹੈ। ਚਲੋ, 3-4 ਲੈਕਚਰ ਲੱਗਣਗੇ, ਧਿਆਨ ਨਾਲ ਲਾ ਲਿਓ।
2 ਤੋਂ 3 ਨੰਬਰ ਵੱਟਦੇ ਪਏ। ਇਹ ਤੋਂ ਬਾਅਦ ਤੁਹਾਨੂੰ ਹੋਰ ਵੀ ਬਹੁਤ ਸੋਹਣੇ ਸੋਹਣੇ ਲੈਕਚਰ ਲਾਵਾਂਗੇ YouTube ਤੇ ਆਪਾਂ, ਟੈਨਸ਼ਨ ਨਾ ਲਓ, ਠੀਕ ਹੈ। ਬਾਕੀ ਤੁਹਾਨੂੰ ਜੇ ਤੁਸੀਂ ਇਕੱਠਾ ਬੈਚ ਚਾਹੀਦਾ ਤਾਂ ਆਪਣੀ ਵੈਬ ਤੋਂ ਵੀ ਲੈ ਸਕਦੇ ਹੋ। ਦੇਖੋ ਜੀ ਕੀ ਕਹਿ ਰਹੇ ਨੇ, ਕਹਿੰਦੇ ਹਾਊ ਮੈਨੀ ਸੱਚ ਕੌਨਸੋਨੈਂਟ। ਕੌਨਸੋਨੈਂਟ ਕੀ ਹੁੰਦੇ ਆ? ਵਿਅੰਜਨ। ਵਿਅੰਜਨ ਕਿਹੜੇ ਹੁੰਦੇ ਆ ਬੱਚਿਓ? ਏ ਈ, ਹੋਰ ਕੀ ਬੋਲ ਕੇ ਗਿਆ ਸੀ ਮੈਨੂੰ ਦੱਸੋ? ਏ ਈ ਆਈ ਓ ਯੂ। ਇਹ ਕੀ ਹੈ? ਇਹ ਬੱਚਿਓ ਵੋਵਲ ਅੱਖਰ ਹੈ। ਇਹਨਾਂ ਅੱਖਰਾਂ ਨੂੰ ਛੱਡ ਕੇ ਤੁਹਾਨੂੰ ਕਿਤੇ ਵੀ ਕੋਈ ਅੱਖਰ ਮਿਲ ਗਿਆ ਉਹਨੂੰ ਆਪਾਂ ਕੀ ਕਹਾਂਗੇ? ਕੌਨਸੋਨੈਂਟ ਕਹਾਂਗੇ, ਵਿਅੰਜਨ ਕਹਾਂਗੇ। ਵਾਰੀ ਵਾਰੀ ਗੱਲਾਂ ਇਹ ਸਮਝਾਈ ਜਾਂਦਾ। ਕਹਿੰਦੇ ਜਿਨ੍ਹਾਂ ਤੋਂ ਠੀਕ ਪਹਿਲਾਂ ਚਿੰਨ੍ਹ ਆਉਂਦਾ ਹੈ ਪਰ ਬਾਅਦ ਵਿੱਚ ਕੋਈ ਸੰਖਿਆ ਨਹੀਂ ਆਉਂਦੀ, ਆਪਾਂ ਉਹ ਸੰਖਿਆ ਦੱਸਣੀਆਂ ਇਹਦੇ ਵਿੱਚ ਕਿੰਨੀਆਂ ਹੈ। ਇਹਦੇ ਵਿੱਚ ਜਿਹੜੀ ਤਾਂ ਡੱਬੀ ਦਿੱਤੀ ਵਿੱਚ ਉਹ ਸੰਖਿਆਵਾਂ ਕਿੰਨੀਆਂ ਹੈ, ਇੱਥੇ ਥੱਲੇ ਲਿਖ ਲਓ। ਜਿਨ੍ਹਾਂ ਦੇ ਮੂਹਰੇ ਕੀ ਆਉਂਦਾ ਹੋਵੇ? ਚਿੰਨ੍ਹ। ਬਾਅਦ ਵਿੱਚ ਕੀ ਆਉਂਦਾ ਹੋਵੇ ਬੱਚਿਓ? ਕੌਨਸੋਨੈਂਟ, ਜਿਹਨੂੰ ਆਪਾਂ ਵਿਅੰਜਨ ਕਹਿੰਦੇ ਨੇ। ਇਦੋਂ ਬਾਅਦ ਨੰਬਰ ਨਾ ਆਉਂਦਾ ਹੋਵੇ। ਇਹ ਚੀਜ਼ ਲਿਖ ਲਿਆ ਕਰੋ ਨਾਲ ਦੇ ਨਾਲ। ਹੁਣ ਚਿੰਨ੍ਹ ਕਿਹਦੇ ਕਿਹਦੇ ਮੂਹਰੇ ਆਉਂਦੇ ਆ? ਚਿੰਨ੍ਹ ਇਹਦੇ ਮੂਹਰੇ ਆ ਰਿਹਾ ਹੈ ਪਰ ਮਗਰ ਇਹਦੇ ਕੀ ਆ ਬੱਚਿਓ? 5 ਹੈਗਾ। ਆਪਾਂ ਨੂੰ ਚਾਹੀਦਾ ਮਗਰ ਕੌਨਸੋਨੈਂਟ, ਕਿ ਚਿੰਨ੍ਹ ਤੋਂ ਬਾਅਦ ਮਤਲਬ ABC ਦੇ ਅੱਖਰ ਹੋਣ ਆਹ ਅੱਖਰਾਂ ਨੂੰ ਛੱਡ ਕੇ, ਕਿਉਂਕਿ ਇਹ ਅੱਖਰ ਕੀ ਹੈ ਬੱਚਿਓ? ਇਹ ਅੱਖਰ ਹੈਗਾ ਸਵਰ, ਇਹ ਵੋਵਲ ਅੱਖਰ ਹੈ। ਅਤੇ ਆਪਾਂ ਨੂੰ ਇਹਨੇ ਗੱਲ ਕੀਤੀ ਕੌਨਸੋਨੈਂਟ ਦੀ, ਠੀਕ ਹੈ। ਕੌਨਸੋਨੈਂਟ ਫਿਰ ਇਹਨਾਂ 'ਚ ਨਾ ਤਾਂ A ਆਵੇ ਕੌਨਸੋਨੈਂਟ, ਨਾ ਹੋਰ ਆਵੇ। ਇੱਥੇ ਪਰਸੈਂਟ ਪਿਆ, ਬਾਅਦ 'ਚ ਨੰਬਰ ਆਈ ਜਾਂਦਾ। ਪਰ ਇਹਨਾਂ ਨੇ ਕੀ ਕਿਹਾ? ਕਹਿੰਦੇ ਚਿੰਨ੍ਹ ਤੋਂ ਪਹਿਲਾਂ ਆਪਾਂ ਨੂੰ ਕੌਨਸੋਨੈਂਟ ਮਿਲਣਾ ਚਾਹੀਦਾ। ਕਿੰਨੇ ਵਿਅੰਜਨ ਜੋ ਚਿੰਨ੍ਹ ਤੋਂ ਪਹਿਲਾਂ ਹਨ, ਠੀਕ ਹੈ ਜੀ। ਚਿੰਨ੍ਹ ਤੋਂ ਪਹਿਲਾਂ ਤਾਂ ਕਹਿਣ ਦਾ ਮਤਲਬ ਇੱਥੋਂ ਦਾ। ਇਹ ਤੋਂ ਬਾਅਦ ਮੈਂ ਆਹ ਚੱਕ ਲਿਆ, ਮੈਂ ਡਾਲਰ ਚੱਕ ਲਿਆ। ਡਾਲਰ ਤੋਂ ਬਾਅਦ ਕੀ ਆ ਗਿਆ ਬੱਚੋ? ਕੌਨਸੋਨੈਂਟ ਆ ਗਿਆ। ਡਾਲਰ ਤੋਂ ਬਾਅਦ ਕੀ ਆ ਗਿਆ? ਡਾਲਰ ਕੀ ਹੋ ਗਿਆ? ਕਿ ਚਿੰਨ੍ਹ ਹੋ ਗਿਆ। ਡਾਲਰ ਕੀ ਹੋ ਗਿਆ? ਇੱਕ ਚਿੰਨ੍ਹ ਹੋ ਗਿਆ। ਚਿੰਨ੍ਹ ਤੋਂ ਬਾਅਦ ਕੀ ਆ ਗਿਆ ਬੱਚੋ? ਕੌਨਸੋਨੈਂਟ ਆ ਗਿਆ। ਕੌਨਸੋਨੈਂਟ ਉਹ ਇਹਨਾਂ ਅੱਖਰਾਂ ਨੂੰ ਛੱਡ ਕੇ ਬਾਰੀ ਵਿੱਚ ਦੱਸਣਾ ਚਾਹੁੰਦਾ ਜਿਹੜੇ ਅੱਖਰ ਹੁੰਦੇ ABC ਦੇ ਵਿੱਚ ਉਹਨੂੰ ਕੌਨਸੋਨੈਂਟ ਕਹਿ ਦਿੰਦੇ ਆ। ਇਹ ਤੋਂ ਬਾਅਦ ਆ ਗਿਆ O। ਇਹਨੇ ਕਿਹਾ ਸੀ ਮਗਰ ਸੰਖਿਆ ਨਹੀਂ ਹੋਣੀ ਚਾਹੀਦੀ, ਹੋਰ ਸਾਰਾ ਕੁਝ ਚੱਲ ਜੂ। ਤਾਂ ਇੱਕ ਸੰਖਿਆ ਤਾਂ ਆਪਾਂ ਨੂੰ ਮਿਲ ਚੁੱਕੀ ਹੈ। ਚਲੋ ਹੁਣ ਹੋਰ ਪਾ ਲਓ, ਮੂਹਰੇ ਚਿੰਨ੍ਹ ਹੋਵੇ ਮਗਰ ABC ਹੋਵੇ। ਇਹ ਦੋ ਵਾਰ ਮੈਂ ਆ ਚੱਕ ਲਿਆ, ਮੂਹਰੇ ਚਿੰਨ੍ਹ ਅਤੇ ਮਗਰ A ਹੈ ਬੱਚੋ। ਇਹ ਸਹੀ ਨਹੀਂ ਮੰਨਿਆ ਜਾਊਗਾ ਕਿਉਂਕਿ ਬੱਚੋ ਇਹ ਵੋਵਲ ਅੱਖਰ ਆ ਗਿਆ। ਇਹ ਵੋਵਲ ਅੱਖਰ ਆ, ਦੇਖੋ ਇਹ ਵੋਵਲ ਅੱਖਰ ਆ ਗਿਆ। ਆਪਾਂ ਨੂੰ ਚਾਹੀਦਾ ਕੌਨਸੋਨੈਂਟ, ਤਾਂ ਇਹ ਚੀਜ਼ ਤਾਂ ਹੋ ਗਈ ਕੱਟੀ ਗਈ। ਇਹ ਦੋ ਵਾਰ ਮੈਂ ਫਿਰ ਵਾ ਗਿਆ ਤੇ ਮੂਹਰੇ ਚਿੰਨ੍ਹ। ਇਹ ਤੋਂ ਬਾਅਦ ਦੇਖਿਆ ਜੂ ਪਿਆ। ਜੂ ਕੀ ਹੈ ਬੱਚੋ? ਆ ਪਿਆ। ਜੂ ਵੋਵਲ ਅੱਖਰ ਆ, ਇਹ ਵੀ ਨਹੀਂ, ਆਪਾਂ ਨੂੰ ਕੌਨਸੋਨੈਂਟ ਚਾਹੀਦੇ ਆ। ਇਹ ਦੋ ਵਾਰ ਮੈਂ ਆ ਚਿੰਨ੍ਹ ਚੱਕ ਲਿਆ। ਇਹ ਚਿੰਨ੍ਹ ਚੱਕਣ ਤੋਂ ਬਾਅਦ ਮੈਂ ਦੇਖਿਆ ਜੈਡ ਤਾਂ ਆਪਾਂ ਨੂੰ ਮਿਲ ਗਿਆ, ਮੈਂ ਖੁਸ਼ੀ ਚੜ੍ਹ ਗਈ, ਕੌਨਸੋਨੈਂਟ ਮਿਲ ਗਿਆ। ਪਰ ਬਾਅਦ ਵਿੱਚ ਕੀ ਹੋ ਗਿਆ? 8 ਫਿਰ ਮਿਲ ਗਿਆ। ਇੱਥੇ ਲਿਖਿਆ ਉਹਨਾਂ ਨੇ ਕਿ 8 ਨਹੀਂ ਚਾਹੀਦਾ। ਕੀ ਕਰੀਏ ਫਿਰ ਹੁਣ? ਇਹ ਦੋ ਵਾਰ ਮੈਂ ਫੇਰ ਗਿਆ। ਇਹ ਦੋ ਵਾਰ ਮੈਂ ਆਹ ਚੱਕ ਲਿਆ ਜਾ ਕੇ, ਚਿੰਨ੍ਹ ਮਿਲ ਗਿਆ। ਇਹ ਦੋ ਵਾਰ ਮੈਨੂੰ ਐਚ ਮਿਲ ਗਿਆ। ਇਦੋਂ ਪਿੱਛੇ ਕੋਈ ਚੀਜ਼ ਹੈ ਨਹੀਂ। ਕਹਿੰਦਾ ਮਤਲਬ ਕਿ ਮੈਨੂੰ 2 ਉਹ ਚੀਜ਼ਾਂ ਮਿਲ ਗਈਆਂ ਜਿਨ੍ਹਾਂ ਦੇ ਮੂਹਰੇ ਚਿੰਨ੍ਹ ਅਤੇ ਬਾਅਦ ਵਿੱਚ ਉਹਨਾਂ ਦੀ ਕੀ ਹੈ? ਕੌਨਸੋਨੈਂਟ। ਅਤੇ ਇਦੋਂ ਬਾਅਦ ਉਹਨਾਂ ਦੇ ਵਿੱਚ ਸੰਖਿਆ ਨਹੀਂ ਹੈਗੀ। ਉਹ ਜਿਹੀਆਂ ਮੈਨੂੰ 2 ਚੀਜ਼ਾਂ ਮਿਲ ਗਈਆਂ ਇਹਦੇ ਵਿੱਚੋਂ, ਠੀਕ ਹੈ। ਤੇਰਾ ਆਨਸਰ ਕੀ ਆ ਜਾਊਗਾ? 2 ਨੰਬਰ ਜਿੱਤ ਗਏ, ਠੀਕ ਹੈ। ਬਸ ਆਹ ਚੀਜ਼ਾਂ ਯਾਰ, ਹੋਰ ਕੁਛ ਨਹੀਂ ਹੈਗਾ ਸਵਾਲਾਂ ਦੇ ਵਿੱਚ। ਸਾਰਾ ਕੁਛ ਤੁਹਾਨੂੰ ਮੂਹਰੇ ਦਿੱਤਾ ਹੋਊਗਾ, ਪਤੰਦਰੋ ਕਰ ਲਓ, ਠੀਕ ਹੈ। ਇਹ ਤੋਂ ਬਾਅਦ ਅਗਲਾ ਹੁਣ ਇੱਕ ਗੱਲ ਹੋਰ ਸੁਣ ਲਓ ਭਾਈ ਸਾਹਿਬ, ਆਪਾਂ ਤਾਂ ਹੀ ਜਾਇਆ ਕਰਾਂਗੇ। ਆਹ ਜਿਹੜਾ ਚੀਜ਼ ਹੈਗੀ ਤੁਹਾਨੂੰ PDF ਮੈਂ ਸੈਂਡ ਕਰ ਦੂੰਗਾ ਜਦੋਂ ਆਪਣੇ ਆਪਰੇਸ਼ਨ ਇਕਾਈ ਨਿਬੜ ਗਈ ਸਾਰੀ, ਠੀਕ ਹੈ। ਕਾਪੀ ਨਾਲ ਪੈਨ ਚੱਕ ਲਿਆ ਕਰੋ, ਮਾੜਾ ਮੋਟਾ ਹੱਥ ਪੈਰ ਹਿਲਾ ਲਿਆ ਕਰੋ। ਇਹਦੇ ਵਿੱਚ ਕੀ ਕਹਿ ਰਹੇ ਨੇ? ਕਹਿੰਦੇ ਉਪਰੋਕਤ ਵਿਵਸਥਾ ਦੇ ਵਿੱਚੋਂ ਅਜਿਹੀਆਂ ਕਿੰਨੀਆਂ ਸੰਖਿਆਵਾਂ ਗਈਆਂ, ਜਿਹੇ ਕਿੰਨੇ ਨੰਬਰ ਆ ਬੱਚੋ ਜਿਨ੍ਹਾਂ ਵਿੱਚ ਹਰ ਇੱਕ ਤੋਂ ਬਾਅਦ ਇੱਕ ਵਿਅੰਜਨ ਆਉਂਦਾ ਹੈ, ਠੀਕ ਹੈ ਜੀ। ਆਪਾਂ ਉਹ ਦੱਸਣੀ ਹੈ ਸੰਖਿਆ। ਆਪਾਂ ਸੰਖਿਆ ਚੱਕਣੀ ਹੈ ਇਸ ਵਾਰ, ਠੀਕ ਹੈ ਜੀ। ਕੀ ਚੱਕਣੀ ਹੈ? ਆਪਾਂ ਸੰਖਿਆ ਚੱਕਣੀ ਹੈ ਜਿਨ੍ਹਾਂ ਦੇ ਹਰ ਇੱਕ ਤੋਂ ਬਾਅਦ ਵਿਅੰਜਨ ਆਉਂਦਾ ਹੋਵੇ, ਠੀਕ ਹੈ ਜੀ। ਇੱਥੇ ਲਿਖ ਲੈਂਦੇ ਆ, ਸੰਖਿਆ ਚੱਕਣੀ ਹੈ ਜਿਸ ਤੋਂ ਬਾਅਦ ਵਿਅੰਜਨ ਆਉਂਦਾ ਹੋਵੇ। ਵਿਅੰਜਨ ਕਿਹੜੇ ਕਿਹੜੇ ਹੁੰਦੇ ਆ? AIOU। ਇਹਨਾਂ ਨੂੰ ਛੱਡ ਕੇ ਜਿਹੜੀ ਮਗਰ ਸੰਖਿਆ ਰਹੀ ਉਹ ਵਿਅੰਜਨ ਹੁੰਦੇ ਆ, ਠੀਕ ਹੈ ਜੀ। ਸੰਖਿਆ ਚੱਕਣੀ ਹੈ। 5 ਚੱਕ ਲਿਆ। ਇਹ ਤੋਂ ਬਾਅਦ ਵਿਅੰਜਨ ਹੈਗਾ, ਠੀਕ ਹੈ ਜੀ। ਇਹ ਤੋਂ ਬਾਅਦ ਸੰਖਿਆ ਚੱਕ ਲਈ, ਪਰ ਇਹ ਤੋਂ ਬਾਅਦ ਡਾਲਰ ਹੈ, ਇਹ ਨਹੀਂ ਚੱਲਦਾ। ਇਹ ਤੋਂ ਬਾਅਦ ਸੰਖਿਆ ਚੱਕ ਲਈ, ਇਹ ਤੋਂ ਬਾਅਦ ਚਿੰਨ੍ਹ ਹੈ, ਠੀਕ ਹੈ ਜੀ। ਪਹਿਲਾਂ ਆਪਾਂ ਸੰਖਿਆ ਚੱਕਣੀ ਹੈ, ਬਾਅਦ ਵਿੱਚ ਆਪਣੇ ਕੋਲ ਕੀ ਹੋਵੇ? ਵਿਅੰਜਨ ਹੋਵੇ। ਕੋਈ ਵੀ ਵਿਅੰਜਨ ਹੁੰਦੇ, ਜਿਵੇਂ ਆਹ ਚੀਜ਼ ਨੂੰ ਛੱਡ ਕੇ ਜਿਹੜੀਆਂ ਵੀ ਮਗਰ ਚੀਜ਼ਾਂ ਬਚ ਜਾਣਗੀਆਂ ਉਹ ਵਿਅੰਜਨ ਹੁੰਦੀਆਂ। ਇਹ ਦੋ ਵਾਰ ਮੈਂ ਆਹ ਚਿੰਨ੍ਹ 'ਤੇ ਗਿਆ। ਇਹ ਚਿੰਨ੍ਹ ਤੋਂ ਬਾਅਦ ਦੇਖਿਆ ਜੂ ਆਇਆ ਪਿਆ। ਜੂ ਦਾ ਵੋਵਲ ਅੱਖਰ ਹੈ, ਤਾਂ ਆਪਾਂ ਨੂੰ ਲੋੜ ਹੀ ਨਹੀਂ। ਤੋਂ ਬਾਅਦ ਮੈਂ ਆਹ ਚੱਕ ਲਿਆ। ਇਹ ਤੋਂ ਬਾਅਦ ਜਦੋਂ ਮੈਂ ਦੇਖਿਆ ਚਿੰਨ੍ਹ ਤੋਂ ਬਾਅਦ ਮੈਨੂੰ ਕੀ ਮਿਲ ਗਿਆ? ਸੰਖਿਆ ਚੱਕਣੀ ਹੈ, ਸੱਚ ਸੰਖਿਆ ਚੱਕਣੀ ਹੈ। ਇਹ ਦੋ ਵਾਰ ਮੈਂ ਆਹ ਸੰਖਿਆ ਚੱਕ ਲਈ। 3 ਤੋਂ ਬਾਅਦ ਵਿਅੰਜਨ ਨਹੀਂ ਮਿਲਿਆ। 4 ਤੋਂ ਬਾਅਦ ਮੈਨੂੰ ਚਿੰਨ੍ਹ ਮਿਲ ਗਿਆ, ਵਿਅੰਜਨ ਨਹੀਂ ਮਿਲਿਆ। ਇਹ ਦੋ ਵਾਰ ਮੈਂ 8 ਚੱਕ ਲਿਆ।
8 ਤੋਂ ਬਾਅਦ ਕੇ ਵਿਅੰਜਨ ਮਿਲ ਗਿਆ। ਠੀਕ ਹੈ ਜੀ। ਇਦੋਂ ਬਾਅਦ ਮੈਂ 2 ਚੱਕ ਲਿਆ, 2 ਤੋਂ ਬਾਅਦ ਐਮ ਮਿਲ ਗਿਆ, ਮੈਨੂੰ ਵਿਅੰਜਨ ਮਿਲ ਗਿਆ। ਠੀਕ ਹੈ, ਤਾਂ ਮੈਨੂੰ ਕਿੰਨੀਆਂ ਚੀਜ਼ਾਂ ਮਿਲ ਗਈਆਂ ਬੱਚਿਓ? 3 ਸੰਖਿਆਵਾਂ ਇਹੋ ਜਿਹੀਆਂ ਮਿਲ ਗਈਆਂ। ਠੀਕ ਹੈ ਜੀ, 3 ਸੰਖਿਆਵਾਂ ਇਹੋ ਜਿਹੀਆਂ ਮਿਲ ਗਈਆਂ ਜਿਨ੍ਹਾਂ ਦੇ 3 ਅੱਖਰ ਇਹੋ ਜਿਹੇ ਮਿਲ ਗਏ ਜਿਨ੍ਹਾਂ ਦੀ ਸੰਖਿਆ, ਜਿਹੜੀ ਸੰਖਿਆ ਹੈਗੀ ਹੈ, ਸੰਖਿਆ ਤੋਂ ਬਾਅਦ ਸਾਨੂੰ ਕੀ ਚਾਹੀਦਾ ਸੀ? ਵਿਅੰਜਨ ਚਾਹੀਦਾ ਸੀ। ਅਤੇ ਸੰਖਿਆ ਤੋਂ ਬਾਅਦ ਵਿਅੰਜਨ ਆਪਾਂ ਨੂੰ ਇੱਕ ਇੱਥੇ ਮਿਲ ਗਿਆ, ਇੱਕ ਇੱਥੇ ਮਿਲ ਗਿਆ, ਇੱਕ ਇੱਥੇ ਮਿਲ ਗਿਆ, 3 ਮਿਲ ਗਏ ਭਲੇ ਮਾਨਸੋ। ਅਤੇ ਗੱਲ ਬਣ ਗਈ ਆਪਣੀ। ਠੀਕ ਹੈ ਜੀ, ਗੱਲ ਬਣ ਗਈ। ਦੇਖਿਓ 3 ਹੀ ਆ ਰਿਹਾ ਆਨਸਰ, ਸੀ ਨੰਬਰ। ਹਾਂ ਚਲੋ ਅਗਲੇ ਚੱਲਦੇ ਹਾਂ। ਹੁਣ ਅਗਲੇ ਦੇ ਵਿੱਚ ਕੀ ਕਹਿ ਰਹੇ ਨੇ ਆਪਾਂ ਨੂੰ? ਲਓ ਭਾਈ ਸਾਹਿਬ, ਕਹਿੰਦੇ ਉਪਰੋਕਤ ਵਿਵਸਥਾ ਦੇ ਆਧਾਰ 'ਤੇ ਹੇਠ ਲਿਖੀ ਲੜੀ ਵਿੱਚੋਂ ਪ੍ਰਸ਼ਨ ਚਿੰਨ੍ਹ ਇੰਨੇ ਦੇ ਸਾਥਣ 'ਤੇ ਕੀ ਆਉਣਾ ਚਾਹੀਦਾ ਹੈਗਾ? ਕੀ ਆਉਣਾ ਚਾਹੀਦਾ ਦੱਸੋ? ਹੁਣ ਆਪਾਂ ਪਿੱਛੇ ਜਾਈਏ ਕਿ ਅੱਗੇ ਜਾਈਏ? ਰੁਕੋ, ਇਹਦੇ ਵਾਸਤੇ ਬੱਚੋ ਮੈਂ ਕਰ ਦਾਂਗਾ। ਇੱਕ ਮਿੰਟ ਰੁਕਿਓ ਬੱਚੋ, ਹੋਲਡ ਹੀ ਰੱਖਿਓ। ਠੀਕ ਹੈ, ਚਲੋ ਜੀ। ਹੁਣ ਆਪਾਂ ਆਹ ਚੀਜ਼ ਨਾ ਕਿ ਆਪਾਂ ਨੂੰ ਵਾਰੀ ਵਾਰੀ ਤਾਂ ਦੇਖਣ ਵਾਸਤੇ ਜਾਣਾ ਪੈਂਦਾ ਸੀ, ਇਹ ਮੈਂ ਇੱਥੇ ਦੁਬਾਰੇ ਉਹ ਕਰਤੀ ਟਾਈਪ। ਠੀਕ ਹੈ, ਤੁਹਾਨੂੰ ਹੁਣ ਟੈਨਸ਼ਨ ਲੈਣ ਦੀ ਲੋੜ ਨਹੀਂ। ਜਿਵੇਂ ਅੱਗੇ ਤੁਹਾਨੂੰ ਕਾਪੀ ਪੈਨ ਚੱਕਣੀ ਲੋੜ ਨਹੀਂ, ਭਾਵੇਂ ਤੁਸੀਂ ਸਕਰੀਨ ਤੋਂ ਦੇਖ ਕੇ ਇਹ ਆਪਦਾ ਕੰਮ ਕਰ ਸਕਦੇ ਹੋ। ਦੇਖੋ ਜੀ, ਹੁਣ ਅਗਲੇ 'ਚ ਕੀ ਕਹਿੰਦੇ ਆ? ਅਗਲੇ ਦੇ ਵਿੱਚ ਇਹਨਾਂ ਨੇ ਇੱਕ ਗੱਲ ਕਹਿਤੀ ਬੱਚੋ, ਉੱਪਰ ਤਾਂ ਆਪਾਂ ਨੂੰ ਦਿੱਤੀ ਆਹ ਚੀਜ਼, ਇਹਨਾਂ ਨੇ ਆਪਾਂ ਜ਼ੂਮ ਕਰ ਲੈਣਾ ਥੋੜ੍ਹੀ ਜਿਹੀ। ਉੱਪਰ ਤਾਂ ਦਿੱਤੀ ਇਹਨਾਂ ਨੇ ਆਪਾਂ ਨੂੰ ਆਹ ਚੀਜ਼, ਥੱਲੇ ਕਹਿੰਦੇ ਆਹ ਟੋਟਾ ਬਣ ਰਿਹਾ ਬੱਚੋ। ਕਹਿੰਦੇ ਜਿਹੜੇ ਕੁਐਸਚਨ ਮਾਰਕ ਦੀ ਥਾਂ 'ਤੇ ਇਹ 'ਤੇ ਅਗਲਾ ਟੋਟਾ ਕਿਹੜਾ ਬਣੂਗਾ? ਸੀਰੀਜ਼ ਬਣ ਰਹੀ ਹੈ ਕਿ ਕਿਵੇਂ ਬਣ ਰਹੀ ਹੈ? ਉਹ ਚੀਜ਼ ਆਪਾਂ ਦੱਸਣੀ ਆ ਇਹਨਾਂ ਨੂੰ। ਦੱਸੋ ਕਿਵੇਂ ਬਣ ਰਹੀ ਹੈ ਸੀਰੀਜ਼? ਲਾਓ ਦਿਮਾਗ ਮਾੜਾ ਮੋਟਾ। ਤਾਂ ਬੱਚੋ ਦੇਖੋ, ਤਾਂ ਚੱਕੋ, ਜੈਡ ਪਈ ਹੈ, ਜੈਡ ਆ ਪਈ ਹੈ। ਠੀਕ ਹੈ ਜੀ, ਇਹ ਨਹੀਂ ਇੱਥੇ ਤਾਂ ਤੋਂ ਚੱਕਣਾ ਸੀ, ਜੈਡ ਨਹੀਂ ਚੱਕਣੀ, ਆਪਾਂ ਆਹ ਚੱਕਣਾ ਜੇ ਪੀ। ਜੇ ਕਿੱਥੇ ਪਿਆ? ਜੇ ਆ ਪਿਆ, ਪੀ ਆ ਪਿਆ। ਕਹਿੰਦਾ ਮਤਲਬ ਕਿ ਚੀਜ਼ ਪਿੱਛੇ ਨੂੰ ਆ ਰਹੀ ਹੈ। ਜੇ ਦੇ ਨਾਲ ਹੀ ਪਿਆ ਪੀ, ਓਕੇ। ਇਸ ਤੋਂ ਬਾਅਦ ਪੀ ਦੇ ਨਾਲ ਪਿਆ 5। ਅੱਛਾ, ਇੱਕ ਚੀਜ਼ ਚੱਕ ਲਈ, ਉਹਨੂੰ ਪਿੱਛੇ ਲੈ ਗਏ, ਇਦੋਂ ਬਾਅਦ ਇੱਕ ਅੱਖਰ ਛੱਡ ਕੇ ਮੂਹਰੋਂ ਪੀ ਚੱਕ ਲਿਆ, ਸੀਰੀਜ਼ ਬਣਾਤੀ ਇਹਨਾਂ ਨੇ। ਇਹਦੇ ਬਾਅਦ ਡਾਲਰ ਚੱਕ ਲਿਆ, ਡਾਲਰ ਤੋਂ ਬਾਅਦ ਪਿੱਛੇ ਨੂੰ ਆ ਗਏ, ਅਤੇ ਇਦੋਂ ਬਾਅਦ ਇੱਕ ਅੱਖਰ ਛੱਡ ਕੇ ਉਹ ਚੱਕ ਲਿਆ। ਆਹ ਸੀਰੀਜ਼ ਬਣ ਗਈ ਭਾਈ ਸਾਹਿਬ ਇਹਦੀ। ਇਦੋਂ ਬਾਅਦ ਹੈਸ਼ ਚੱਕ ਲਿਆ, ਹੈਸ਼ ਤੋਂ ਬਾਅਦ 3 'ਤੇ ਆ ਗਏ, ਇਦੋਂ ਬਾਅਦ 3 ਨੇ ਚੱਕ ਲਿਆ ਜਾ ਕੇ ਕਿਊ ਨੂੰ। ਇਦੋਂ ਬਾਅਦ ਐਟ ਦਾ ਰੇਟ ਨੇ 4 ਨੂੰ ਚੱਕ ਲਿਆ, ਅਤੇ 4 ਨੇ ਇੱਕ ਛੱਡ ਕੇ ਚੱਕ ਲਿਆ ਐਫ ਨੂੰ। ਅਤੇ ਹੁਣ ਇੱਥੇ ਚੱਕਾਂਗੇ ਕੁਐਸਚਨ ਮਾਰਕ, ਇਹਨੂੰ ਚੱਕੂਗਾ ਟੀ ਨੂੰ ਚੱਕੂਗਾ, ਅਤੇ ਟੀ ਜਾ ਕੇ ਚੱਕੂਗਾ 8 ਨੂੰ। ਆਹ ਪਿਆ ਬੀ ਨੰਬਰ ਆਪਸ਼ਨ। ਬਸ ਐਂ ਪ੍ਰਸ਼ਨ ਬਣਾ ਦੇਣੇ ਆ, ਐਂ ਡਾ ਦੇਣੇ ਆਪਾਂ ਉੱਥੇ ਤੋਤੇ ਬੂੰਦੀਆਂ ਸਾਰਾ ਕੁਝ ਡਾ ਦੇਣਾ ਪੇਪਰ ਦੇ ਵਿੱਚ। ਠੀਕ ਹੈ, ਦੇਖਣ ਦੇ ਵਿੱਚ ਕਿੱਡੀ ਔਖੀ ਚੀਜ਼ ਲੱਗਦੀ ਹੈ, ਪਰ ਬਸ ਇਹ ਤਾਂ ਸੁਣਿਆ ਨਜ਼ਰਾਂ ਨਹੀਂ ਕੰਮ ਕਰਨਾ ਗਾ। ਠੀਕ ਹੈ, ਧਿਆਨ ਨਾਲ ਕਿਸੇ ਚੀਜ਼ ਨੂੰ ਦੇਖ ਲਿਓ, ਬਸ ਤੁਸੀਂ ਮਾਰ ਨਹੀਂ ਖਾਓਗੇ। ਧਿਆਨ ਨਾਲ ਦੇਖਣ 'ਤੇ ਸਾਰਾ ਜ਼ੋਰ ਹੈਗਾ। ਠੀਕ ਹੈ, ਜੇ ਆਪਾਂ ਧਿਆਨ ਨਾਲ ਦੇਖਾਂਗੇ ਫਿਰ ਸਾਰਾ ਕੁਛ ਹੀ ਹੋ ਜਾਊਗਾ। ਓਕੇ, ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ। ਕਹਿੰਦੇ ਹੇਠ ਲਿਖਿਆਂ ਵਿੱਚੋਂ ਸੱਜੇ ਸਿਰੇ ਤੋਂ 13ਵੇਂ ਦੇ ਸੱਜੇ ਚੌਥਾ ਕਿਹੜਾ ਹੈ? ਕਹਿੰਦੇ ਦੇਖੋ, ਹੁਣ ਦੇਖੋ ਇਹ ਸਵਾਲ ਦੇ ਵਿੱਚ ਕੀ ਸਮਝਣਾ, ਦੇਖੋ ਧਿਆਨ ਨਾਲ ਦੇਖੋ, ਪਹਿਲੇ ਇੰਗਲਿਸ਼ ਦੇ ਵਿੱਚ ਦੇਖ ਲਓ, ਇੰਗਲਿਸ਼ ਵਾਲੇ ਬੱਚੇ। ਵਟ ਇਜ਼ ਦਾ ਫੋਲੋਇੰਗ 4th ਟੂ ਦਾ ਰਾਈਟ ਆਫ 13 ਫਰੋਮ ਰਾਈਟ ਐਂਡ। ਇਹ ਗੱਲ ਤੁਹਾਨੂੰ ਦੱਸਦਾ, ਜੇ ਇੱਥੇ ਵੀ ਰਾਈਟ ਮਿਲ ਜੇ, ਇੱਥੇ ਵੀ ਰਾਈਟ ਮਿਲ ਜੇ, ਤੁਹਾਨੂੰ ਇੱਕ ਰਕਮ ਦੇ ਵਿੱਚ ਰਾਈਟ ਹੀ ਮਿਲ ਜਾਣ, ਦੋਨੇ ਚੀਜ਼ਾਂ ਕੀ ਮਿਲ ਜਾਣ? ਰਾਈਟ ਹੀ ਮਿਲ ਜਾਣ। ਫਿਰ ਆਪਾਂ ਚੁੱਪ ਕਰਕੇ ਸੰਖਿਆ ਨੂੰ ਘਟਾ ਦਾਂਗੇ। ਠੀਕ ਹੈ ਜੀ, ਜੇ ਆਪਾਂ ਨੂੰ ਉਲਟ ਮਿਲ ਜਾਣ, ਲੈਫਟ ਜਾਂ ਰਾਈਟ ਮਿਲ ਜੇ, ਜਾਂ ਰਾਈਟ ਟੂ ਲੈਫਟ ਮਿਲ ਜੇ, ਫਿਰ ਆਪਾਂ ਜੋੜ ਦਾਂਗੇ। ਠੀਕ ਹੈ, ਇੱਕ ਗੱਲ ਦਾ ਰੱਟਾ ਲਾ ਲਓ ਇਹ ਚੀਜ਼ ਦਾ। ਹੁਣ ਦੇਖੋ, ਜੇ ਮੈਂ ਸਿੱਧਾ ਕੱਢਣਾ ਚਾਹੂੰਗਾ, ਜੇ ਮੇਰਾ ਆਨਸਰ ਕੱਢਣਾ ਚਾਹਾਂਗੇ ਸਿੱਧਾ ਵੀ ਮੈਂ ਤਾਂ ਆਨਸਰ ਕੱਢਣਾ ਗਾ। ਠੀਕ ਹੈ, ਦੇਖੋ ਰਕਮ ਦੇ ਵਿੱਚ ਕੀ ਕਿਹਾ ਗਿਆ ਗਾ? ਸੱਜੇ ਪਾਸੇ ਤੋਂ 13ਵਾਂ। ਸੱਜਾ ਪਾਸਾ ਕਿਹੜਾ ਹੁੰਦਾ ਆਪਣਾ? ਆਹ। ਅਤੇ ਖੱਬਾ ਪਾਸਾ ਕਿਹੜਾ ਹੁੰਦਾ? ਆਹ। ਇਹ ਤੋਂ 13ਵਾਂ ਪਾਸਾ ਕਿਹੜਾ? 1 2 3 4 5 6 7 8 9 10 11 12 13ਵਾਂ ਪਾਸਾ ਆਹ ਹੋ ਗਿਆ ਸੱਜੇ ਪਾਸੇ ਤੋਂ। ਠੀਕ ਹੈ ਜੀ,
इदू कहते ये सज्जे पासे तो चौथा अखर किहड़ा होऊगा, ये सज्जे पासे तो चौथा अखर किहड़ा होऊगा, 1 2 3 4, ठीक है जी, 1 2 3 4 किहड़ा आ गया अपने कोले, टी आ गया। देखो टी आ गया, जिहदा मैं तुहानूं सौखा तरीका दसदा इदू भी एक, जे मैं सौखा तरीका दसदा जिस प्रश्न पता हेठ लिखिया विचों किहड़ा सज्जे सिरे तो 13वें दे सज्जे पासे कौन है, इत्थों तुसीं रात तहाँ देख लिया, इत्थे भी राइट आ इत्थे भी राइट है कि दोनों चीज़ां राइट राइट वालियां ही आ गईयां, ठीक है। तो चुप करके पहलां आपां इधर गए, ठीक है जी, इधरों आ रहे हैं, बाद में आप फिर इधर जा रहे हैं, एक पासे हो जाता सारा कुछ, इत्थे भी राइट पे तो इत्थे भी राइट पे, चुप करके 13 दे विचों सज्जे पासे चौथा किहड़ा, 4 घटा 2 9 आ गया, इधर 9वां गिन लो किहड़ा होऊगा, जो 9वां गिनोगे टी आऊगा 9वां, लै चक्को। दोनों जो किहड़ा तरीका वधिया लगदा ला लिओ, भावें तुसीं पहलां 13वां देख लो किहड़ा गा, इस बाद 13वें का चौथा पासा देख लो, उवें कढ़ना उवें कढ़ लो। जे तुहानूं मैं दसता कि दोनों रकम दे विच तुहानूं राइट राइट मिल जाण दोनों चीज़ां, तो चुप करके जिन्ना जिन्ना जिहड़ियां संख्यावां दित्तियां होईयां उन्होंने एक दूजे दे विचों घटा दो, 13 दे विचों 4 घटाए 9 आ गया आंसर, ठीक है जी। बस घबराउणा तां है नहीं सवाल दे विच। इस तो बाद अगला सवाल आ गया अपने कोले, पहले 10 तत्तां दा क्रम उल्टा कर दिता जाए जेकर, तो बस गल तो खत्म ही होगी सारी, जी कोई तंत वाली गल दसी नहीं इन्होंने, देखने डर गए होंगे, बस अद्धे तो मूड डगे होंगे कि हाय रब्बा की हो गया, की है सवाल दे कुछ नहीं हैगा। अं पेपर के विचों नंबर कटा के आने, कहते यार पहले तो आप पढ़ते नहीं चीज़ां, ये बाद में पेपर जाके ना बाहरों आ गया। रीजनिंग नूं सौखा सबजैक्ट ना समझो, मैं अज दोबारे फिर कह रहा रीजनिंग नूं सौखा सबजैक्ट हैगा, पर सौखा समझो ना इनू, ये जे सवाल निकल जे तो नहीं पता 10 घंटे लगना, नहीं पता जो सवाल अड़ जाए एक सवाल ही 10 मिनट खा जे अपना, ठीक है। वो अपनी स्किल मौके से देखना किवें काम करती है किवें नहीं काम करती। देखो की कह रहे हैं ये, कहते पहले 10 किहड़े होणगे, 1 2 3 4 5 6 7 8 9 10, आ 10 है पहले, ठीक है जी। कहते जेकर हुण आपां सज्जे पासे तो 21वां किहड़ा होऊगा, हुण सज्जे पासे तो 21वां किहड़ा होऊगा, 1 2 आ सज्जा पासा हुंदा, आ हुंदा खब्बा पासा, पहले 10 नूं आपां उल्टा करता, चलो उल्टा मान लो, आ पहला हो गया। 21वां दसना हुण आपां किहड़ा होऊगा सज्जे सिरे तो, 1 2 3 4 5 6 7 8 9 10 11 12 13 14 15 15 हो गया, दोबारा उल्टा हो गया सी ना, चलो उल्टा हो जाऊगा, इधर आ जाऊगा 16 17 18 19 20 21 21वां डॉलर आ गया, लो किड्डी कि बड़ी औखी गल सी, हैगी सी कोई बड़ी गल औखी इहदे च, बस थोड़ी जी उलझन कित्थे पै जांदी, जो आपां उलझ जाने आपां कदी डर जाने उदों उलझन पै जांदी है, ठीक है जी। इस तो बाद आ गया आप अगले सवालों पर, आप इस तो पहला 6 सवाल कर चुके हैं, इस तो बाद आप अगले सवालों की गल करते हैं। हुण आ सवाल दे विच बहुत बच्चे उलझन की कोशिश करनगे ते मैनूं लगदा उलझणगे भी। ये पूछ रहे हैं, कहते उपरली संख्या दी है बच्चों आपनूं, विच इज द फॉलोइंग इज द 4th टू द राइट ऑफ द 10th फ्रॉम द लेफ्ट एंड, कहते हेठ लिखिया विचों कौन खब्बे सिरे तो 10वें दे सज्जे पासे चौथा है, दसो जी, दसो जी किवें कड्डांगे ये। चलो पहले मैं आंसर देखने दो किहड़ा होऊगा इहदा, ये आंसर मैं देख लिया, मैनूं आंसर का 100% पहले ही पता सी। हुण दसो 5 सेकंड वाला मैथड लाइए कि 30 सेकंड वाला मैथड लाइए। मैं तो पेपर के भी 10 सेकंड वाला मैथड ला के आऊँगा, मैं तो कुछ नहीं करना, मैं जो देखा इत्थे राइट पे इत्थे लेफ्ट पे, पहला ही मैनूं दसता सी भुल्लर साहब ने, ठीक है, सानूं भुल्लर साहब ने पहले ही दसता सी, परदे वाली गल दसनी नहीं किसी को कि जे तो आपको यह प्रश्नों के राइट टू राइट जा रहे हैं फिर तो चुप करके मैनस कर दो, जे आपको राइट टू लैफ्ट मिल रहा है या लैफ्ट टू राइट मिल रहा है फिर चुप करके संख्यावां जोड़ दो, आपस में सीधी काम निपट जूगा। कित्थे आपां की करना सी, कित्थे आपां की करना सी, इत्थे आपां पहलां करदे खब्बे पासे तो 10वां, ठीक है, पहला आप खब्बे पासे तो खब्बा पासा हुंदा अपना आह, इधरों 10वें ते जांदे, फिर वो 10वें पासे दे सज्जे ते जांदे, ठीक है, किड्डी दूर भगाई होनी सी अपनी, तो आप काम ही निबेड़ देना, सारा काम ही निबेड़ देंगे। राइट टू लैफ्ट पिया, कहना मतलब कि राइट टू लैफ्ट जो मिल जाए जोड़ कर देता होंगे, एक रैंक 10वां पिया, एक रैंक चौथा पिया, टोटल किन्ने रैंक हो गए 14वां हो गया। लैफ्ट पासे दसना, लैफ्ट पासा इधर चक लो, 1 2 3 4 5 6 7 8 9 10 11 12 13 14, 14 ਦੇ पी आ गया, चक्को ये नंबर ऑप्शन आंसर। 10 सेकंडा का सवाल है सर, 10 सेकंडा का, 10 सेकंडा तो बाद 1 सेकंड नहीं उत्ते लगता, ठीक है। ये नहीं पता तुम हुशियार बच्चे हो, वही कर दो, तू पहला भी मैथों भी, ठीक है।
ਹੁਣ ਅਗਲਾ ਪ੍ਰਸ਼ਨ ਕੀ ਕਹਿ ਰਹੇ ਨੇ ਬੱਚੋ, ਇਹ ਕਹਿੰਦੇ 7 ਹੇਠ ਲਿਖਿਆ ਵਿੱਚੋਂ ਕਿਹੜਾ 7 ਅਤੇ ਏ ਦੇ ਵਿਚਕਾਰ ਹੈ। 7 ਹੋ ਗਿਆ ਤੇ ਇੱਧਰ ਏ ਹੋ ਗਿਆ, ਇਹਨਾਂ ਦੇ ਵਿਚਕਾਰ ਕਿਹੜਾ, ਵਿਚਕਾਰ ਕਿਹੜੇ ਕਿਹੜੇ ਰਹਿ ਗਏ 1 2 3 4 5 6 7। ਲੋ ਭਾਈ ਹੁਣ ਵਿਚਕਾਰ ਦਾ ਪੰਗਾ ਪੈ ਗਿਆ, ਵਿਚਕਾਰ ਕਿਹੜਾ ਹੋ ਸਕਦਾ ਗਾ, ਸਿੱਧੀ ਗੱਲ ਹੈ 3 ਇੱਧਰ ਹੋ ਗਏ 3 ਇੱਧਰ ਹੋ ਗਏ, ਵਿਚਕਾਰ ਕਿਹੜਾ ਰਹਿ ਗਿਆ, ਵਿਚਕਾਰ ਸੀ ਨਹੀਂ ਰਹਿ ਗਿਆ। ਚੱਕੋ ਆ ਦੇਖੋ, ਇਹਨੇ ਕਿਹਾ 7 ਅਤੇ ਏ ਦੇ ਵਿਚਕਾਰ, 7 ਆ ਪਿਆ ਇਹ ਆ ਪਿਆ, ਇਹਨਾਂ ਦੇ ਵਿਚਕਾਰ 3 ਆ ਹੋ ਗਏ, 3 ਅਲੱਗ ਕਰਤੇ, ਆ ਵਿਚਕਾਰ ਕਿਹੜਾ ਰਹਿ ਗਿਆ 4 ਰਹਿ ਗਿਆ, ਸੀ ਦਾ ਆਨਸਰ 4 ਆ ਗਿਆ। ਠੀਕ ਹੈ, ਦੇਖਣ ਜਦੋਂ ਪਹਿਲੀ ਵਾਰ ਸਵਾਲ ਦੇਖਦੇ ਆਪਾਂ ਨੂੰ ਦੇਖ ਕੇ ਆਏ ਹੁੰਦਾ ਯਾਰ ਕੀ ਪਤਾ ਨਹੀਂ ਯਾਰ ਕੀ ਪੁੱਛ ਲੈਣਗੇ ਕੀ ਹੋ ਜਾਊਗਾ। ਠੀਕ ਹੈ, ਇਹ ਤੋਂ ਬਾਅਦ ਆਹ ਸਵਾਲ ਕੱਢੋ, 10 ਸਕਿੰਟਾਂ ਦੇ ਵਿੱਚ ਮੈਨੂੰ ਆਨਸਰ ਚਾਹੀਦਾ। 10ਵਾਂ 11ਵਾਂ ਸਕਿੰਟ ਵੀ ਕਿਸੇ ਨੇ ਲੈ ਲਿਆ ਨਾ ਤੇ ਹਿਸਾਬ ਲਾ ਲਿਓ, ਪੈਂਦੀਆਂ ਨੂੰ ਦਿਨ ਚੜ੍ਹ ਜਾਓ ਮਿੱਤਰੋ। ਕੀ ਕਹਿ ਰਹੇ ਨੇ, ਕੁੜੀਆਂ ਨੂੰ ਮਾਫ ਹੈ ਕਿਉਂਕਿ ਭੈਣਾਂ ਮੇਰੀਆਂ ਬਹੁਤ ਹੁਸ਼ਿਆਰ ਹੈ ਵਿਚਾਰੀਆਂ, ਪੜ੍ਹਦੀਆਂ ਹੈਗੀਆਂ। ਠੀਕ ਹੈ, ਤੁਸੀਂ ਬਹੁਤ ਦੁਖੀ ਕੀਤਾ ਪਤੰਦਰੋ, ਤੁਸੀਂ ਮੈਨੂੰ ਪਤਾ ਹੈ ਜਦੋਂ ਪੜ੍ਹਨ ਦਾ ਟਾਈਮ ਹੁੰਦਾ ਤੁਸੀਂ ਗੇੜੀਆਂ ਛੇੜੀਆਂ 'ਤੇ ਹੋ ਜਾਂਦੇ ਹੋ, ਅਤੇ ਇਹ ਕੰਮ ਥੋੜ੍ਹੇ ਜਿਹੇ ਬੰਦ ਕਰੋ। ਠੀਕ ਹੈ, ਹੁਣ ਉਹਨਾਂ ਜਿਹੜੀ ਜ਼ਿੰਮੇਵਾਰੀ ਮੈਨੂੰ ਦੇ ਦਿਓ। ਠੀਕ ਹੈ, ਗੇੜੀਆਂ ਛੇੜੀਆਂ ਦੀ ਮੈਂ ਲਾ ਲਿਆ ਕਰੂੰਗਾ ਅਤੇ ਤੁਸੀਂ ਪੜ੍ਹਿਆ ਕਰੋ ਗੱਲਾਂ। ਹੁਣ ਦੇਖੋ ਸੱਜੇ ਪਾਸੇ ਤੋਂ 9ਵੇਂ ਅਤੇ ਖੱਬੇ ਪਾਸੇ ਤੋਂ ਤੀਜੇ, ਕੀ ਯਾਰ ਰਾਈਟ ਅਤੇ ਲੈਫਟ ਦੀ ਗੱਲ ਕਰ ਰਿਹਾ। ਜੋ ਰਾਈਟ ਅਤੇ ਲੈਫਟ ਦੀ ਗੱਲ ਕਰੇ ਉਦੋਂ ਆਪਾਂ ਕੀ ਕਰਦੇ ਹੁੰਦੇ, ਜੋੜਦੇ ਹੁੰਦੇ ਆ। ਇੱਕ 9ਵਾਂ ਰੈਂਕ ਦੇਤਾ, ਇੱਕ ਤੀਜਾ ਰੈਂਕ ਦੇਤਾ, 9 ਤੇ 3 12, ਸੱਜੇ ਸਿਰੇ ਤੋਂ 9ਵੇਂ ਅਤੇ ਖੱਬੇ ਸਿਰੇ ਤੋਂ ਤੀਜਾ ਕੀ ਹੈ ਦੱਸੋ। 12ਵੇਂ ਦਾ ਕੀ ਆਨਸਰ ਆਊਗਾ, 12ਵਾਂ ਰੈਂਕ ਕਿਹੜਾ ਹੋਊਗਾ ਦੱਸੋ। 1 2 3 4 5 6 7 8 9 10 11 12। ਠੀਕ ਹੈ ਜੀ, ਇੱਧਰੋਂ 12 ਚੱਕਣਾ ਹੈ ਕਿ ਉੱਧਰੋਂ 12 ਚੱਕਣਾ ਆਪਾਂ ਦੱਸੋ। ਇਹ ਡੀ ਨੰਬਰ ਆਪਸ਼ਨ ਆ ਰਿਹਾ ਹੈਗਾ। 1 2 3 4 5 6 7 8 9 10 11 12। ਕਹਿੰਦਾ ਮਤਲਬ ਕਿ ਆਪਾਂ ਇੱਧਰੋਂ ਚੱਕਣਾ। ਇਹਨੇ ਕੀ ਕਿਹਾ ਹੈਗਾ, ਸੱਜੇ ਪਾਸੇ ਤੋਂ, ਹਾਂ ਸੱਜੇ ਪਾਸੇ ਤੋਂ 9ਵੇਂ। ਠੀਕ ਹੈ, ਸੱਜੇ ਪਾਸੇ ਤੋਂ, ਸੱਜਾ ਪਾਸਾ ਹੁੰਦਾ, ਇੱਧਰੋਂ ਚੱਕਣਾ ਆਪਾਂ। 1 2 3 4 5 6 7 8 9 10 11 12। 12 ਤੇ ਆ ਗਿਆ ਪੀ, ਡੀ ਨੰਬਰ ਆਪਸ਼ਨ ਆਪਣਾ ਆਨਸਰ ਆ ਜਾਊਗਾ। ਠੀਕ ਹੈ, ਕੀ ਸੀ ਇਹਦੇ ਵਿੱਚ 30-40 ਸਕਿੰਟਾਂ ਦਾ ਕੰਮ ਸੀ ਨਾ। ਬਸ ਰਕਮ ਅੰਗਰੇਜ਼ੀ 'ਚ ਪੜ੍ਹਨੀ ਬੜੀ ਸੌਖੀ ਰਕਮ। ਅੰਗਰੇਜ਼ੀ ਦੇ ਵਿੱਚ ਤੁਸੀਂ ਇਹ ਦੇਖਣਾ ਕਿ ਲੈਫਟ ਰਾਈਟ ਲਿਖਿਆ ਹੋਇਆ, ਰਾਈਟ ਰਾਈਟ ਲਿਖਿਆ ਹੋਇਆ। ਠੀਕ ਹੈ, ਜੇ ਲੈਫਟ ਲਿਖਿਆ ਤਾਂ ਵੀ ਜੋੜ ਦਿਓ। ਠੀਕ ਹੈ, ਹੁਣ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਨੇ, ਕਹਿੰਦੇ ਹੇਠ ਦਿੱਤੇ 5 ਵਿੱਚੋਂ 4 ਉਪਰੋਕਤ ਵਿਵਸਥਾਵਾਂ ਵਿੱਚ ਉਹਨਾਂ ਦੀਆਂ ਸਥਿਤੀਆਂ ਦੇ ਆਧਾਰ 'ਤੇ ਇੱਕ ਖਾਸ ਤਰੀਕੇ ਨਾਲ ਇੱਕੋ ਜਿਹੇ ਹਨ, ਇਸ ਲਈ ਇੱਕ ਸਮੂਹ ਬਣਾਉਂਦੇ ਹਨ। ਉਹਨਾਂ ਵਿੱਚੋਂ ਕਿਹੜਾ ਹੈ ਜੋ ਸਮੂਹ ਨਾਲ ਸੰਬੰਧਿਤ ਨਹੀਂ ਹੈਗਾ। ਇਹ 4 ਕਹਿੰਦੇ ਨੇ ਬੱਚੇ, ਕਹਿੰਦੇ ਜੀ 4 ਇਹ ਸਮੂਹ ਬਣਾ ਰਹੇ ਆ। ਇਹਨਾਂ 'ਚੋਂ ਇੱਕ ਕਿਹੜਾ ਜਿਹਾ ਸਮੂਹ ਨਹੀਂ ਬਣਾ ਰਿਹਾ, ਜਿਵੇਂ ਕਿ RDI ਹੈ, R ਵੀ ਪਿਆ, D ਵੀ ਪਿਆ, E ਵੀ ਪਿਆ। ਇਹਨਾਂ ਆਪਾਂ ਥੋੜ੍ਹੀ ਜ਼ੂਮ ਕਰ ਲਈਏ। R ਬਣਾ ਰਿਹਾ ਹੈਗਾ RDE, ਇਸ ਤੋਂ ਬਾਅਦ ਇੱਕ ਅੱਖਰ ਛੱਡ ਕੇ 5 7 ਵੀ, ਇਹ ਵੀ ਸਮੂਹ ਬਣਾ ਰਿਹਾ ਹੈ। ਓਕੇ, ਇਸ ਤੋਂ ਬਾਅਦ ਪਿਆ ਇੱਥੇ ਇੱਕ ਅੱਖਰ ਛੱਡਿਆ, ਇਸ ਤੋਂ ਬਾਅਦ 2 ਅੱਖਰ ਛੱਡਤੇ ਇੱਥੇ ਇਹਨਾਂ ਨੇ। ਇਹ ਤੋਂ ਬਾਅਦ ਅੱਛਾ ਇੱਥੇ ਇੱਕ ਅੱਖਰ ਛੱਡਤਾ, ਇੱਥੇ 3 ਛੱਡਤੇ। NP8, ਇਸ ਤੋਂ ਬਾਅਦ W 9B, ਇਸ ਤੋਂ ਬਾਅਦ ਫਿਰ ਇੱਕ ਛੱਡਤਾ ਅੱਖਰ। ਪਹਿਲਾਂ ਇੱਕ ਛੱਡ ਰਿਹਾ, ਫਿਰ 3 ਛੱਡ ਰਿਹਾ, ਫਿਰ ਇੱਕ ਛੱਡ, ਫਿਰ 3 ਛੱਡਣਗੇ। ਠੀਕ ਹੈ ਜੀ, ਇੱਥੇ ਫਿਰ ਕਿੰਨੇ ਛੱਡਣਗੇ, 3 ਛੱਡਣਗੇ, 3 ਛੱਡ ਕੇ 3 ਚੱਕਣਗੇ, ਤਾਂ 3 ਵਾਲੀ ਤਾਂ ਇੱਥੇ ਆਪਸ਼ਨ ਹੀ ਨਹੀਂ ਹੈਗੀ ਕੋਈ। ਠੀਕ ਹੈ ਜੀ, ਆ ਵੀ ਸੈਟਿਸਫਾਈ ਕਰ ਗਈ, ਆ ਵੀ ਕਰ ਗਈ, ਆ ਵੀ ਕਰ ਗਈ, ਆ ਵੀ ਕਰ ਗਈ। ਇਸ ਤੋਂ ਬਾਅਦ ਇੱਥੇ ਇੱਕ ਅੱਖਰ ਛੱਡ ਕੇ ਲੱਗਿਆ, ਇੱਥੇ 3 ਅੱਖਰ ਛੱਡਤੇ, ਫਿਰ ਇੱਥੇ ਇੱਕ ਅੱਖਰ, ਇੱਥੇ 3 ਅੱਖਰ ਛੱਡ ਕੇ ਆਪਾਂ ਜੋ ਤੀਆ ਚੱਕਿਆ, ਤੀਹ ਵਾਲੀ ਆਪਸ਼ਨ ਤਾਂ ਅਸਲੇ ਹੈ ਹੀ ਨਹੀਂ, ਪਈ ਤਾਂ ਹੈਗੀ ਤੀਹ ਵਾਲੀ ਆਪਸ਼ਨ, ਤੀਹ ਵਾਲੀ ਆਪਸ਼ਨ ਪਈ ਤਾਂ ਹੈਗੀ ਹੈ, ਪਰ F ਤੇ U ਨਹੀਂ ਮਿਲ ਰਹੇ ਆਪਾਂ ਨੂੰ ਨਾਲ, ਇੱਥੇ H6 ਪਿਆ। ਕਹਿੰਦਾ ਮਤਲਬ ਕਿ ਆਹ ਚੀਜ਼ ਸੈਟਿਸਫਾਈ ਨਹੀਂ ਕਰਦੀਆਂ, ਬਾਕੀ ਸਾਰੀਆਂ ਇਹਨੂੰ ਸੈਟਿਸਫਾਈ ਕਰ ਰਹੀਆਂ। ਠੀਕ ਹੈ ਜੀ, ਇਸ ਤੋਂ ਬਾਅਦ ਅਗਲੀ 'ਤੇ ਆ ਗਿਆ। ਕਹਿੰਦੇ ਉਪਰੋਕਤ ਪ੍ਰਬੰਧ ਵਿੱਚ ਅਜਿਹੀਆਂ ਕਿੰਨੀਆਂ ਸਿੱਖਿਆਵਾਂ ਹਨ ਜਿਨ੍ਹਾਂ ਦੇ ਠੀਕ ਪਹਿਲਾਂ ਅਤੇ ਠੀਕ ਬਾਅਦ ਵਿੱਚ ਵਿਅੰਜਨ ਹਨ। ਦੇਖੋ ਜੋ ਵਿਅੰਜਨ ਕੀ ਹੁੰਦਾ, ਮੈਂ ਦੁਬਾਰੇ ਫੇਰ ਵਾਰੀ ਉਹੀ ਗੱਲਾਂ ਦੇ ਜ਼ੋਰ ਦੇ ਰਿਹਾ। ਆਪ ਹੈ ਕੌਨਸੋਨੈਂਟ। ਕੌਨਸੋਨੈਂਟ ਕਿਹੜੇ ਹੁੰਦੇ ਆ ਬੱਚੋ, ਵਾਰੀ ਮੈਂ ਚੀਜ਼ਾਂ ਨਹੀਂ ਸਮਝਾਉਣੀਆਂ, ਦੁਬਾਰਾ ਇੱਕ ਵਾਰੀ ਫੇਰ ਦੱਸ ਦਿੰਦਾ। ਜਿਹੜੇ ਤਾਂ ਵੋਵਲ ਅੱਖਰ ਹੁੰਦੇ ਆ, A E
आई यू ਤੇ ਇੱਕ ਹੋਰ ਵੀ ਹੁੰਦਾ ਵੋਵਲ ਅੱਖਰਾਂ ਦੇ ਵਿੱਚ ਓ। ਠੀਕ ਹੈ, ਦੁਬਾਰੇ ਫਿਰ ਲਿਖ ਦੇਣਾ AEIOU। ਇਹ ਅੱਖਰ ਯਾਦ ਕਰ ਲਓ, ਇਹ ਤਾਂ ਹੁੰਦੇ ਵੋਵਲ ਅੱਖਰ। ਇਹਨਾਂ ਅੱਖਰਾਂ ਨੂੰ ਛੱਡ ਕੇ ਜਿੰਨੇ ਵੀ ਅੱਖਰ ਬਚ ਗਏ ਉਹ ਸਾਰੇ ਕਿਹੜੇ ਅੱਖਰ ਹੋਣਗੇ ਬੱਚਿਓ? ਉਹ ਸਾਰੇ ਹੋਣਗੇ ਆਪਣੇ ਵਿਅੰਜਨ। ਵਿਅੰਜਨ ਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ, ਪੰਜਾਬੀ ਦੇ ਵਿੱਚ ਵਿਅੰਜਨ ਹੀ ਕਹਿੰਦੇ ਵੈਸੇ ਆਪਾਂ, ਅਤੇ ਸਵਰ ਨੂੰ, ਵੋਵਲ ਅੱਖਰਾਂ ਨੂੰ ਸਵਰ ਕਹਿੰਦੇ ਆ ਪੰਜਾਬੀ ਦੇ ਵਿੱਚ। ਅਤੇ ਉਹ ਤਾਂ ਕਹਿੰਦੇ ਜਿਹਨੇ ਠੀਕ ਪਹਿਲਾਂ ਠੀਕ ਬਾਅਦ ਵਿਅੰਜਨ ਹੋਵੇ। ਸੰਖਿਆਵਾਂ ਦੱਸਣੀਆਂ, ਉਹ ਸੰਖਿਆਵਾਂ ਕਹਿੰਦਾ ਮਤਲਬ ਏਕਾ ਦੂਆ ਚੱਕਣਾ ਆਪਾਂ, ਜਦੋਂ ਪਹਿਲਾਂ ਅਤੇ ਬਾਅਦ ਵਿੱਚ ਅੰਗਰੇਜ਼ੀ ਦੇ ਅੱਖਰ ਹੀ ਹੋਣ, ਉਹ ਵੀ ਵਿਅੰਜਨ ਹੋਣ, ਨਾ ਕਿ ਵੋਵਲ ਅੱਖਰ ਹੋਣ। ਸੋਰੀ ਬੱਚੋ, ਵਿੱਚ ਨੇ ਕੰਮ ਹੋ ਜਾਂਦਾ। ਇਹ ਇਕਾਈ ਦੇ ਨਾਲ ਨਾਲ ਹੀ ਨਾ ਸੁਣਨ ਨਾਲੇ ਤਾਂ ਤੁਹਾਡੀਆਂ ਮਤਲਬ ਇੱਕ ਗ੍ਰੈਟਰ ਦੇ ਨਾਲ ਇਕਾਈ ਹੁੰਦੀ ਉਹ ਕਵਰ ਹੋ ਜੂਗੀ ਰੈਂਕਿੰਗ ਦੇ ਵਿੱਚ ਹੀ ਤੁਹਾਡੀ, ਅਤੇ ਰੈਂਕਿੰਗ ਦੇ ਵਿੱਚ ਹੀ ਤੁਹਾਡੀ ਸੀਰੀਜ਼ ਕੰਪਲੀਟ ਹੋਈ ਜਾਂਦੀ ਹੈ, ਕਿਉਂਕਿ ਸੀਰੀਜ਼ ਵਾਲੇ ਸਵਾਲ ਵੀ ਵਿੱਚ ਆਈ ਜਾਂਦੇ, ਵਿੱਚ ਹੀ ਤੁਹਾਡੀ ਅਲਫਾਬੈਟ ਸੀਰੀਜ਼ ਕੰਪਲੀਟ ਹੋ ਰਹੀ ਹੈ। ਇਹ ਇੱਕ ਇਕਾਈ ਨਾ ਤੁਹਾਡੀਆਂ 3-4 ਇਕਾਈਆਂ ਕੰਪਲੀਟ ਕਰ ਦੂ, ਜਿਹਦੇ ਵਿੱਚ ਤੁਹਾਡੇ ਹੁਣ ਮੇਰੇ ਹਿਸਾਬ 'ਤੇ ਲੱਗਦਾ ਕਿ 4 ਤੋਂ 5 ਨੰਬਰਾਂ ਦਾ ਪੇਪਰ ਤੁਹਾਨੂੰ ਇਸੇ ਇਕਾਈ ਦੇ ਵਿੱਚੋਂ ਹੀ ਮਿਲ ਜੂਗਾ। ਠੀਕ ਹੈ ਜੀ, ਪਰ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ। ਓਕੇ, ਅਤੇ ਚਲੋ ਕੀ ਕਹਿ ਰਹੇ ਸੀ ਆਪਣੇ ਪ੍ਰਸ਼ਨ ਦੇ ਵਿੱਚ? ਇਹਦੇ ਵਿੱਚ ਕਹਿ ਰਹੇ ਆ ਕਿ ਅਜਿਹੀਆਂ ਕਿੰਨੀਆਂ ਸੰਖਿਆਵਾਂ ਹਨ ਜਿਨ੍ਹਾਂ ਨੂੰ ਠੀਕ ਪਹਿਲਾਂ ਅਤੇ ਠੀਕ ਬਾਅਦ ਵਿੱਚ ਵਿਅੰਜਨ ਹੈ। ਠੀਕ ਹੈ ਜੀ, ਵਿਅੰਜਨ ਦੁਆਰੇ ਫਿਰ ਦੁਆਰੇ ਇਹੀ ਦੱਸਣਾ ਕਿ ਤੁਸੀਂ ਉਲਝੋ ਨਾ। ਆਹ ਵੋਵਲ ਅੱਖਰਾਂ ਨੂੰ ਛੱਡ ਕੇ ਜਿੰਨੇ ਵੀ ABC ਦੇ ਅੱਖਰ ਹੁੰਦੇ ਆ ਸਾਰੇ ਵਿਅੰਜਨ ਹੁੰਦੇ ਆ, ਸਾਰੇ ਕੌਨਸੋਨੈਂਟ ਹੁੰਦੇ ਆ। ਠੀਕ ਹੈ, ਉਹ ਜਿਹੇ ਕਿਹੜੇ ਅੱਖਰ ਜਿਹੜੇ ਸੰਖਿਆਵਾਂ ਤੋਂ ਬਾਅਦ ਵੀ ਵਿਅੰਜਨ ਹੋਵੇ ਅਤੇ ਪਹਿਲਾਂ ਵੀ ਵਿਅੰਜਨ ਹੋਵੇ। ਕਹਿੰਦਾ ਮਤਲਬ ਸੰਖਿਆ ਤੋਂ ਬਾਅਦ ਵੀ ਕੌਨਸੋਨੈਂਟ ਹੋਵੇ, ਜਿਵੇਂ ਕਿ ਸੰਖਿਆ ਦਾ ਮਤਲਬ ਨੰਬਰ, ਨੰਬਰ ਤੋਂ ਪਹਿਲਾਂ ਵੀ ਕੌਨਸੋਨੈਂਟ ਹੋਵੇ ਅਤੇ ਬਾਅਦ ਵਿੱਚ ਹੀ ਨੰਬਰ ਤੋਂ ਪਹਿਲਾਂ ਵੀ ਕੌਨਸੋਨੈਂਟ ਹੋਵੇ। ਇਹ ਸੰਖਿਆਵਾਂ ਦੱਸਣੀਆਂ। ਹੁਣ ਮੈਂ ਚੱਕ ਲਿਆ 2 ਨੰਬਰ ਚੱਕ ਲਏ, ਇਹ ਤੋਂ ਪਹਿਲਾਂ ਵੀ ਕੌਨਸੋਨੈਂਟ ਅਤੇ ਬਾਅਦ 'ਚ ਵੀ ਕੌਨਸੋਨੈਂਟ ਆ। ਲਓ, ਇੱਕ ਸੰਖਿਆ ਦਾ ਬਣ ਗਈ। ਇਹ ਦੁਬਾਰਾ ਮੈਂ ਆਹ 57 ਆ ਕੇ ਇਹਦਾ ਆਪਾਂ ਚੱਕ ਹੀ ਨਹੀਂ ਸਕਦੇ। ਠੀਕ ਹੈ ਜੀ, ਆਹ ਚੀਜ਼ ਵੀ ਨਹੀਂ ਚੱਕ ਸਕਦੇ। ਇਹ ਤੋਂ ਬਾਅਦ ਮੈਂ ਪਹੁੰਚ ਗਿਆ 4 'ਤੇ। 4 ਤੋਂ ਪਹਿਲਾਂ ਬਾਅਦ ਵਿੱਚ ਕੌਨਸੋਨੈਂਟ, ਬਾਅਦ 'ਚ ਦਾ ਕੌਨਸੋਨੈਂਟ ਆ, ਪਹਿਲਾਂ ਬੱਚੇ ਇਹਦੇ 'ਚ ਵੋਵਲ ਅੱਖਰ ਆ, ਤਾਂ ਕਰਕੇ ਇਹ ਚੀਜ਼ ਆਪਾਂ ਚੱਕ ਨਹੀਂ ਸਕਦੇ। ਆਈ ਆ ਗਿਆ। ਇਸ ਤੋਂ ਬਾਅਦ ਮੈਂ 8 ਚੱਕਣ ਦੀ ਕੋਸ਼ਿਸ਼ ਕੀਤੀ। ਇਹ ਤੋਂ ਪਹਿਲਾਂ ਚੱਲ ਮੰਨਦੇ ਹਾਂ ਕੌਨਸੋਨੈਂਟ ਹੈਗਾ, ਬਾਅਦ ਵਿੱਚ ਬੱਚੇ ਵੋਵਲ ਆ ਗਿਆ, ਇਹ ਵੀ ਨਹੀਂ ਚੱਕ ਸਕਦੇ ਆਪਾਂ। ਇਸ ਤੋਂ ਬਾਅਦ ਮੈਂ 9 ਚੱਕਣ ਦੀ ਕੋਸ਼ਿਸ਼ ਕੀਤੀ ਅਤੇ 9 ਮੈਥੋਂ ਚੱਕਿਆ ਗਿਆ, ਕਿਉਂਕਿ ਦੁਬਾਰਾ B ਹੈ, ਤਾਂ ਇਹ ਸੰਖਿਆ ਸੈਟਿਸਫਾਈ ਕਰਦੇ। ਮੂਹਰੇ ਵੀ ਇਹਦੇ ਕੀ ਹੈ ਬੱਚਿਓ? ਕੌਨਸੋਨੈਂਟ ਦੇ ਪਿੱਛੇ ਵੀ ਕੌਨਸੋਨੈਂਟ ਆ, ਕਹਿੰਦਾ ਮੂਹਰੇ ਵੀ ਵਿਅੰਜਨ ਹੈ, ਪਿੱਛੇ ਵੀ ਵਿਅੰਜਨ ਹੈ। ਇਸ ਤੋਂ ਬਾਅਦ ਮੈਂ ਚੱਕ ਲਿਆ 3। ਜੋ 3 ਚੱਕਿਆ, ਇਹਦੇ ਮੂਹਰੇ ਵੀ ਵਿਅੰਜਨ ਹੈ, ਇਹਦੇ ਪਿੱਛੇ ਵੀ ਵਿਅੰਜਨ ਹੈ। ਠੀਕ ਹੈ ਜੀ, ਕਹਿੰਦਾ ਮਤਲਬ ਇਹਨਾਂ ਅੱਖਰਾਂ ਦੇ ਵੋਵਲ ਅੱਖਰਾਂ ਦੇ ਵਿੱਚੋਂ ਕੋਈ ਨਹੀਂ ਇਹਨਾਂ ਦੇ ਵਿੱਚ ਆ ਰਿਹਾ। ਅਤੇ ਇਹ ਕਿੰਨੇ ਹੋ ਗਏ? 1 2 ਅਤੇ 3। ਇਹਦੇ ਵਿੱਚ ਕੁੱਲ ਅਜਿਹੀਆਂ 3 ਸੰਖਿਆਵਾਂ ਗਈਆਂ ਬੱਚੋ ਜਿਹਦੋਂ ਪਹਿਲਾਂ ਵੀ ਕੌਨਸੋਨੈਂਟ ਆਉਂਦਾ, ਬਾਅਦ ਵਿੱਚ ਵੀ ਕੌਨਸੋਨੈਂਟ ਆ ਰਿਹਾ ਹੈਗਾ। ਠੀਕ ਹੈ ਜੀ, ਤਾਂ 3D ਨੰਬਰ ਆਪਸ਼ਨ ਆਪਣਾ ਆਨਸਰ ਆ ਜਾਊਗਾ। ਲੈਕਚਰ ਜ਼ਰੂਰ ਦੱਸੋ ਬੱਚੋ, ਜੇ ਤੁਹਾਨੂੰ ਲੈਕਚਰ ਫ੍ਰੀ 'ਚ ਚਾਹੀਦੇ ਅਤੇ ਪੂਰੇ ਵਧੀਆ ਲੈਕਚਰ ਚਾਹੀਦੇ ਜ਼ਰੂਰ ਦੱਸਿਆ ਕਰੋ। ਠੀਕ ਹੈ, ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ। ਆਪਾਂ ਇਹ 'ਚ ਕੰਮ ਨਹੀਂ ਹੈਗਾ ਕਿ ਆਪਾਂ ਜੇ ਹੁਣ ਪੇਡ ਚੱਲਦਾ ਤਾਂ ਪੇਡ ਹੀ ਚੱਲਦਾ। ਪੇਡ ਵੀ ਮੈਂ ਉਹਨਾਂ ਬੱਚਿਆਂ ਵਾਸਤੇ ਕੀਤਾ ਕਿਉਂਕਿ ਬੱਚਿਆਂ ਦੀ ਬਹੁਤ ਆਪਦੀ ਡਿਮਾਂਡ ਸੀ ਕਿ ਜੀ ਸਾਨੂੰ ਕਿ ਇਕੱਠਾ ਸਿਲੇਬਸ ਚਾਹੀਦਾ, ਕਿ ਸਾਨੂੰ ਅਲੱਗ-ਅਲੱਗ ਨਹੀਂ ਸੀ ਜਾਣਾ, ਤਾਂ ਕਰਕੇ ਬੱਚੇ ਉਹ। ਠੀਕ ਹੈ, ਅਤੇ ਚਲੋ ਇਹ ਦੁਬਾਰਾ ਅਗਲੇ ਪ੍ਰਸ਼ਨ 'ਤੇ ਆ ਗਏ। ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿ ਰਹੇ ਹੈ? ਕਹਿੰਦੇ ਅਜਿਹੇ ਕਿੰਨੇ ਵਿਅੰਜਨ ਹਨ ਬੱਚੋ, ਅਜਿਹੇ ਕਿੰਨੇ ਵਿਅੰਜਨ ਹਨ AEIOU ਨੂੰ ਛੱਡ ਕੇ ਜਿਨ੍ਹਾਂ ਦੇ ਠੀਕ ਪਹਿਲਾਂ ਇੱਕ ਵਿਅੰਜਨ ਆਉਂਦਾ ਹੈ ਪਰੰਤੂ ਠੀਕ ਬਾਅਦ ਵਿੱਚ ਵਿਅੰਜਨ ਨਹੀਂ ਆਉਂਦਾ। ਠੀਕ ਹੈ ਜੀ, ਠੀਕ ਪਹਿਲਾਂ ਤਾਂ ਵਿਅੰਜਨ ਆਉਂਦਾ, ਅਜਿਹੇ ਕਿੰਨੇ ਵਿਅੰਜਨ ਹਨ। ਠੀਕ ਹੈ ਜੀ, ਕਹਿੰਦਾ ਮਤਲਬ ਕਿੰਨੇ ABC ਅੱਖਰ ਹਨ ਜਿਨ੍ਹਾਂ ਦੇ ਮੂਹਰੇ ਇਹ ABC ਆਉਂਦੀ ਹੋਵੇ, ਮਤਲਬ ਵਿਅੰਜਨ ਹੀ ਆਉਂਦਾ ਹੋਵੇ, ਪਰੰਤੂ ਬਾਅਦ ਵਿੱਚ ਕੋਈ ਵਿਅੰਜਨ ਨਾ ਆਉਂਦਾ ਹੋਵੇ, ਪਰੰਤੂ ਬਾਅਦ ਵਿੱਚ ਇੱਕ ਵਿਅੰਜਨ ਨਹੀਂ ਆਉਂਦਾ ਹੋਵੇ। ਠੀਕ ਹੈ, ਹੁਣ ਆਪਾਂ ਇਹ ਚੀਜ਼ ਕਰਦੇ ਹਾਂ। ਚਲੋ ਓਕੇ, ਬਾਅਦ ਵਿੱਚ ਕੌਨਸੋਨੈਂਟ ਪਿੱਛੇ ਨਹੀਂ ਹੋਣਾ ਚਾਹੀਦਾ। ਜਿਵੇਂ ਸਭ ਤੋਂ ਪਹਿਲਾਂ ਮੈਂ ਚੱਕ ਲਿਆ D, ਚੱਕ ਲਿਆ। ਠੀਕ ਹੈ ਜੀ, D ਤੋਂ ਪਹਿਲਾਂ ਕੌਨਸੋਨੈਂਟ ਹੈਗਾ ਗਾ ਅਤੇ ਬਾਅਦ ਵਿੱਚ ਕੀ ਹੈ? ਵੋਵਲ ਅੱਖਰ ਹੈ। ਠੀਕ ਹੈ, ਸਹੀ ਹੈ। ਇਹ ਕਹਿੰਦੇ ਕੌਨਸੋਨੈਂਟ ਨਹੀਂ ਹੋਣਾ ਚਾਹੀਦਾ, ਹੋਰ ਕੋਈ ਮਰਜ਼ੀ ਅੱਖਰ ਹੋਵੇ। ਇੱਕ ਚਿੰਨ੍ਹ ਤਾਂ ਇੱਕ ਦਾ ਡੱਬੀ ਇਹ ਬਣ ਗਈ। ਇਸ ਤੋਂ ਬਾਅਦ ਮੈਂ J ਚੱਕ ਲਿਆ। J ਦੇ ਮੂਹਰੇ ਹਾਂ ਪਹਿਲੇ ਤਾਂ ਵਿਅੰਜਨ ਹੈਗਾ ਗਾ ਅਤੇ ਪਿੱਛੇ ਕੀ ਹੈ? ਪਿੱਛੇ ਵੋਵਲ ਅੱਖਰ ਹੈ, ਇਹ ਵੀ ਚੱਕਿਆ ਜਾਊਗਾ। ਠੀਕ ਹੈ, ਜਿਹਨੇ ਸਿਰਫ ਇਹ ਗੱਲ ਕਹੀ ਹੈ ਕਿ ਉਹ ਕਿਹੜਾ ਵਿਅੰਜਨ ਹੈ ਜਿਹਦੇ ਮੂਹਰੇ ਤਾਂ ਵਿਅੰਜਨ ਹੋਵੇ ਪਰ ਪਿੱਛੇ ਵਿਅੰਜਨ ਨਾ ਹੋਵੇ ਉਹਦੇ, ਜੇ ਵੋਵਲ ਅੱਖਰ ਉਹ ਚੱਲ ਜੂਗਾ। ਹੁਣ P ਚੱਕ ਲਿਆ। P ਦੇ ਮੂਹਰੇ ਹੈਗਾ, ਠੀਕ ਹੈ, P ਦੇ ਮੂਹਰੇ ਇੱਕ ਵਿਅੰਜਨ ਹੋਵੇ। ਠੀਕ ਹੈ, P ਦੇ ਮੂਹਰੇ ਵਿਅੰਜਨ ਹੈਗਾ ਪਰ ਪਿੱਛੇ
ਕੀ ਨਾ ਹੋਵੇ ਤੇ ਵਿਅੰਜਨ ਨਾ ਹੋਵੇ, ਤੇ 8 ਸੰਖਿਆ ਆ ਗਈ। ਇਸ ਤੋਂ ਬਾਅਦ ਆਪਾਂ ਚੱਕ ਲਿਆ ਡਬਲ ਜੂ ਦੇ ਅੱਗੇ ਕਹਿੰਦੇ ਵਿਅੰਜਨ ਹੋਵੇ। ਇੱਥੇ ਬੱਚੋ ਇਹ ਏ ਹੈ, ਇਹ ਕੀ ਹੈ, ਇਹ ਵੋਵਲ ਅੱਖਰ ਹੈ, ਇਹ ਤਾਂ ਆ ਹੀ ਨਹੀਂ ਸਕਦਾ, ਆ ਵੀ ਨਹੀਂ ਆ ਸਕਦਾ ਨਾਲ, ਆ ਵੀ ਕੱਟਿਆ ਗਿਆ, ਆ ਵੀ ਕੱਟਿਆ ਗਿਆ। ਇਹ ਤੋਂ ਬਾਅਦ ਐਫ 'ਤੇ ਆ ਗਏ, ਕਹਿੰਦੇ ਐਫ ਦੇ ਮੂਹਰੇ ਵਿਅੰਜਨ ਹੋਵੇ, ਇਹ ਕੀ ਹੈ, ਵੋਵਲ ਅੱਖਰ ਹੈ, ਇਹ ਵੀ ਕੱਟਿਆ ਗਿਆ, ਅਤੇ ਆ ਵੀ ਕੱਟੇ ਜਾਣਗੇ ਸਾਰੇ। ਠੀਕ ਹੈ, ਕਹਿੰਦਾ ਮਤਲਬ ਇਹ ਜਿਹੀਆਂ ਆਪਾਂ ਨੂੰ 3 ਸੰਖਿਆਵਾਂ ਹੀ ਮਿਲੀਆਂ ਬੱਚੋ, ਜਿਹੜੀਆਂ ਇਹ 3 ਵਿਅੰਜਨ ਹੀ ਮਿਲੇ ਜਿਨ੍ਹਾਂ ਦੇ ਮੂਹਰੇ ਵਿਅੰਜਨ ਹੈ ਪਰ ਪਿੱਛੇ ਵਿਅੰਜਨ ਨਹੀਂ ਹੈਗਾ। ਠੀਕ ਹੈ ਜੀ, ਤਾਂ ਇਹੀ ਸੰਖਿਆ ਆਪਾਂ ਨੂੰ ਮਿਲੀਆਂ 3, ਤਾਂ ਇਹਦਾ ਆਨਸਰ 3 ਆ ਜਾਊਗਾ। 3 ਪੇਅਰ ਹੀ ਮਿਲਿਆ ਆਪਾਂ ਨੂੰ, ਤਾਂ ਡੀ ਨੰਬਰ ਆਪਸ਼ਨ ਇਹਦਾ ਬਿਲਕੁਲ ਰਾਈਟ ਆਨਸਰ ਹੈ। ਠੀਕ ਹੈ ਜੀ, ਇਹ ਵੀ ਤੁਸੀਂ ਉਲਝੀ ਜਾਂਦੇ ਹੋ, ਆਪਣਾ ਜੱਟ ਸੌਦੇ ਵਾਲਾ ਕੰਮ ਆ। ਮੈਂ ਫਾਰਮੂਲੇ ਘੱਟ ਹੀ ਲਵਾਉਣਾ ਹੁੰਦਾ, ਆਪਣੇ ਮੈਥ ਵਾਲੇ ਲੈਕਚਰ ਦੇਖ ਲਓ, ਕੋਈ ਫਾਰਮੂਲਾ ਨਹੀਂ ਲਵਾਇਆ ਆਪਾਂ, ਨਾ ਹੀ ਕਦੇ ਲਵਾਈਏ, ਹੈ ਨਾ। ਚਲੋ ਹੁਣ ਆ ਗਏ ਬੱਚੋ ਸਵਰ। ਪੰਜਾਬੀ ਦੇ ਵਿੱਚ ਸਵਰ ਕਿਹੜੇ ਕਿਹੜੇ ਹੁੰਦੇ ਤੁਹਾਨੂੰ ਪਤਾ ਹੈਗਾ? ਪੰਜਾਬੀ ਦੇ ਲੈਕਚਰ ਲਾ ਕੇ ਮਾੜਾ ਜਿਹਾ ਵਿੱਚ ਊੜਾ ਆੜਾ ਈੜੀ ਪੰਜਾਬੀ ਦੇ ਵਿੱਚ ਸਵਰ ਹੁੰਦੇ ਆ, ਬਾਕੀ ਜਿੰਨੇ ਵੀ ਊੜੇ ਆੜੀ ਦੇ ਵਿੱਚ ਹੁੰਦੇ ਆ ਉਹ ਸਾਰੇ ਵਿਅੰਜਨ ਹੁੰਦੇ ਆ। ਇਹ ਕਹਿੰਦੇ ਕਿੰਨੇ ਸਵਰ ਹੈ, ਕਹਿੰਦਾ ਮਤਲਬ ਕਿੰਨੇ ਵੋਵਲ ਅੱਖਰ ਆ ਬੱਚਿਓ। ਵੋਵਲ ਅੱਖਰ ਕਿਹੜੇ ਹੁੰਦੇ ਆ ਦੁਬਾਰੇ ਫੇਰ ਦੱਸਣਾ, ਏ ਈ ਆਈ ਓ ਯੂ, ਇਹ ਸਾਰੇ ਕੀ ਆ ਸੋਹਣਿਓ, ਇਹ ਵੋਵਲ ਅੱਖਰ ਹੈ। ਓਕੇ, ਜਿਨ੍ਹਾਂ ਦੇ ਠੀਕ ਪਹਿਲਾਂ ਇੱਕ ਸੰਖਿਆ, ਜਿਨ੍ਹਾਂ ਤੋਂ ਠੀਕ ਪਹਿਲਾਂ ਇੱਕ ਸੰਖਿਆ ਹੋਵੇ ਪਰ ਠੀਕ ਬਾਅਦ ਇੱਕ ਵਿਅੰਜਨ ਹੋਵੇ। ਚੱਕੋ ਹੁਣ ਵੋਵਲ ਅੱਖਰ ਭਾਲੋ ਕਿੱਥੇ ਕਿੱਥੇ ਪਿਆ। ਸਭ ਤੋਂ ਪਹਿਲਾਂ ਮੈਂ ਚੱਕ ਲਿਆ ਵੋਵਲ ਅੱਖਰ ਆਹ ਵਾਲਾ, ਜ਼ੂਮ ਕਰ ਦਈਏ, ਕਹਿੰਦੇ ਠੀਕ ਪਹਿਲਾਂ ਇੱਕ ਸੰਖਿਆ ਹੋਵੇ। ਕਿੰਨੇ ਸਵਰ ਹਨ? ਜਿਨ੍ਹਾਂ ਤੋਂ ਪਹਿਲਾਂ ਤਾਂ ਇੱਕ ਸੰਖਿਆ ਹੋਵੇ ਤੇ ਬਾਅਦ ਵਿੱਚ ਇੱਕ ਵਿਅੰਜਨ ਹੋਵੇ। ਚਲੋ ਸਭ ਤੋਂ ਪਹਿਲਾਂ ਸਵਰ ਭਾਲੀਏ ਵੋਵਲ ਅੱਖਰ ਕਿਹੜੇ ਕਿਹੜੇ ਆ। ਸਭ ਤੋਂ ਪਹਿਲਾਂ ਵੋਵਲ ਅੱਖਰ 'ਤੇ ਆ ਗਿਆ ਈ, ਵੋਵਲ ਅੱਖਰ 'ਤੇ ਲਿਖ ਲੈਂਦੇ ਆ, ਆਹ ਵੋਵਲ ਅੱਖਰ ਆਪਣੇ। ਠੀਕ ਹੈ ਜੀ, ਜਿਹਨੂੰ ਪੰਜਾਬੀ 'ਚ ਸਵਰ ਕਹਿ ਦਿੰਦੇ ਆਪਾਂ। ਓਕੇ, ਸਭ ਤੋਂ ਪਹਿਲਾਂ ਮੈਂ ਚੱਕਿਆ ਈ, ਈ 'ਤੇ ਮੂਹਰੇ ਕੀ ਹੈਗਾ, ਠੀਕ ਹੈ, ਪਹਿਲਾਂ ਇੱਕ ਸੰਖਿਆ ਹੋਵੇ, ਇਹਦੇ ਮੂਹਰੇ ਸੰਖਿਆ ਹੈ ਨਹੀਂ। ਠੀਕ ਹੈ, ਇਹ ਵੋਵਲ ਅੱਖਰ ਮੂਹਰੇ ਸੰਖਿਆ ਹੈ ਨਹੀਂ, ਇਹ ਤਾਂ ਸਾਰੇ ਬੇਕਾਰ ਹੀ ਗਏ। ਫਿਰ ਇਹ ਤੋਂ ਬਾਅਦ ਹੋਰ ਵੋਵਲ ਅੱਖਰ ਕਿਹੜਾ ਹੋ ਗਿਆ, ਹੋਰ ਵੋਵਲ ਅੱਖਰ ਆਈ। ਆਈ ਤੋਂ ਠੀਕ ਪਹਿਲਾਂ ਸੰਖਿਆ ਚਾਹੀਦੀ ਹੈ, ਆਈ ਤੋਂ ਠੀਕ ਪਹਿਲਾਂ ਸੰਖਿਆ ਹੈ ਨਹੀਂ ਬੱਚੇ ਆਪਾਂ ਨੂੰ, ਆਈ ਤੋਂ ਪਹਿਲਾਂ ਸੰਖਿਆ ਚਾਹੀਦੀ, ਜੇ ਲਿਖਿਆ ਪਿਆ, ਇਹ ਵੀ ਨਹੀਂ ਵੋਵਲ ਅੱਖਰ ਮੰਨਿਆ ਜਾਊਗਾ, ਇਹ ਵੀ ਕੱਟੇ ਗਏ। ਇਹ ਤੋਂ ਵੋਵਲ ਅੱਖਰ ਇਹ ਚੱਕ ਲਿਆ, ਇਹ ਤੋਂ ਪਹਿਲਾਂ ਸੰਖਿਆ ਬੱਚੇ ਸਹੀ ਹੈ, ਇਹ ਤੋਂ ਪਹਿਲਾਂ ਸੰਖਿਆ ਹੈਗੀ ਹੈ, ਬਾਅਦ ਵਿੱਚ ਇੱਕ ਵਿਅੰਜਨ ਵੀ ਹੈਗਾ, ਇਹ ਚੀਜ਼ ਸੈਟਿਸਫਾਈ ਕਰ ਗਈ ਆਪਾਂ ਨੂੰ। ਠੀਕ ਹੈ ਜੀ, ਇਦੋਂ ਪਹਿਲਾਂ ਆਪਾਂ ਚੱਕ ਲਿਆ, ਆਹ ਵੀ ਹੈ ਨਹੀਂ, ਆ ਵੀ। ਇਹਦੇ ਬਾਅਦ ਜੂ ਤੋਂ ਪਹਿਲਾਂ ਸੰਖਿਆ ਹੈਗੀ ਹੈ ਅਤੇ ਬਾਅਦ ਵਿੱਚ ਵਿਅੰਜਨ ਹੈਗਾ, ਇਹ ਵੀ ਸੈਟਿਸਫਾਈ ਕਰ ਗਈ। ਠੀਕ ਹੈ ਜੀ, ਇਹ ਵੋਵਲ ਅੱਖਰ ਸੀ। ਐਚ ਵੋਵਲ ਅੱਖਰ ਹੈ ਨਹੀਂ, ਤਾਂ ਆਪਾਂ ਨੂੰ ਇਹ 2 ਪੇਅਰ ਹੀ ਮਿਲਿਆ ਬੱਚਿਓ, ਇਹ 2 ਹੀ ਪੇਅਰ ਮਿਲਿਆ ਜਿਹੜੇ ਵੋਵਲ ਅੱਖਰ ਮਿਲੇ ਆ ਜਿਨ੍ਹਾਂ ਦੇ ਮੂਹਰੇ ਇੱਕ ਸੰਖਿਆ ਪਰ ਬਾਅਦ ਵਿੱਚ ਇੱਕ ਵਿਅੰਜਨ ਹੈ, ਤਾਂ ਇਹੀ 2 ਮਿਲਿਆ, ਤਾਂ ਇਹਦਾ ਆਨਸਰ 2 ਆ ਜਾਊਗਾ, ਸੀ ਦਾ ਆਪਸ਼ਨ ਨੰਬਰ ਆ ਜਾਊਗਾ 2। ਇਹ ਜਿਹੇ ਪੇਪਰ ਤੁਹਾਨੂੰ ਪੇਪਰ ਦੇ ਵਿੱਚ ਮਿਲਣਗੇ ਬੱਚਿਓ, ਪ੍ਰੈਕਟਿਸ ਵਾਸਤੇ PDF ਤੁਹਾਨੂੰ ਮੈਂ ਟੈਲੀਗ੍ਰਾਮ 'ਚ ਸੈਂਡ ਕਰ ਦੂੰ, ਹਜੇ ਸੈੱਟ ਇਹਦੇ ਹੋਰ ਕਈ ਲੱਗਣੇ ਆ, ਤਾਂ ਕਰਕੇ ਹੁਣ ਆਪਾਂ ਆ ਗਏ ਆਪਾਂ ਅਗਲੇ ਦੇ ਵਿੱਚ ਆਪਾਂ ਨੂੰ ਆਹ ਚੀਜ਼ ਮੈਂਸ਼ਨ ਹੋਈ ਵੀ ਹੈ। ਠੀਕ ਹੈ ਜੀ, ਚਲੋ ਕੀ ਕਹਿ ਰਹੇ ਨੇ ਆਪਾਂ ਨੂੰ, ਕਹਿੰਦੇ ਹੇਠ ਦਿੱਤੇ 5-4 ਦੇ ਉਪਰੋਕਤ ਵਿਵਸਥਾ ਦੇ ਵਿੱਚ ਉਹਨਾਂ ਦੀਆਂ ਸਥਿਤੀਆਂ ਦੇ ਆਧਾਰ 'ਤੇ ਖਾਸ ਤਰੀਕੇ ਨਾਲ ਇੱਕੋ ਜਿਹੇ ਹਨ, ਇਹ ਸਮੂਹ ਬਣਾਉਂਦੇ ਇਹਨਾਂ ਵਿੱਚੋਂ ਕਿਹੜਾ ਉਸ ਨਾਲ ਸੰਬੰਧਿਤ ਨਹੀਂ ਹੈ। ਓਕੇ, ਪਹਿਲਾਂ ਵਾਲੇ ਸਵਾਲ ਨਾਲ ਦੀ ਸਵਾਲ ਆ ਗਿਆ। ਇਹ ਕਹਿੰਦੇ ਆਹ ਟੋਟਾ ਇਹ ਸਾਰੇ ਟੋਟੇ ਇਹ ਤੱਕ ਉਹਨਾਂ ਮਿਲਦੇ ਆ, ਪਰ ਇਹਨਾਂ ਸਾਰੇ ਟੋਟਾਂ ਦੇ ਵਿੱਚ ਇੱਕ ਟੋਟਾ ਨਹੀਂ ਮਿਲਦਾ, ਸੀਰੀਜ਼ ਨਹੀਂ ਬਣਾ ਰਿਹਾ। ਉਹ ਕਿਹੜਾ ਟੋਟਾ ਉਹ ਦੱਸੋ। ਸਭ ਤੋਂ ਪਹਿਲਾਂ ਮੈਂ ਚੱਕਿਆ ਜੇ ਅਤੇ ਐਮ ਚੱਕ ਕੇ ਇਹ ਇੱਕ ਅੱਖਰ ਪਿਛਲਾ ਚੱਕ ਲੈਂਦੇ ਆ, ਇੱਕ ਅੱਖਰ ਛੱਡ ਕੇ ਇੱਕ ਅੱਖਰ ਪਿਛਲਾ ਚੱਕ ਲੈਂਦੇ ਆ। ਇਹ ਤੋਂ ਬਾਅਦ 3 ਅਤੇ 8 ਇੱਕ ਅੱਖਰ ਛੱਡ ਕੇ ਪਿਛਲਾ ਚੱਕ ਲੈਂਦੇ ਆ। ਠੀਕ ਹੈ ਜੀ, ਇਸ ਤੋਂ ਬਾਅਦ 3 ਅੱਖਰ ਛੱਡ ਕੇ 7 ਡਬਲ ਜੂ ਇਹ ਇੱਕ ਪਿਛਲਾ ਅੱਖਰ ਚੱਕ ਲੈਂਦੇ ਆ। ਠੀਕ ਹੈ ਜੀ, ਇਸ ਤੋਂ ਬਾਅਦ 2 22 ਇੱਕ ਅੱਖਰ ਪਿਛਲਾ ਚੱਕ ਲੈਂਦੇ ਆ। ਇਸ ਤੋਂ ਬਾਅਦ 8 ਆਹ ਕੋਈ ਸੀਰੀਜ਼ ਬਣ ਹੀ ਨਹੀਂ ਰਹੀ, ਇਹਦਾ ਕੋਈ ਸੀਰੀਜ਼ ਬਣ ਨਹੀਂ ਰਹੀ, ਤਾਂ ਈ ਨੰਬਰ ਆਪਸ਼ਨ ਹੀ ਆਪਣਾ ਆ ਜਾਊਗਾ। ਇਹ ਅਲੱਗ ਤੋਂ ਆ, ਬਸ ਇਹੋ ਜਿਹੇ ਸਵਾਲ ਹੁੰਦੇ ਆ, ਐਡੀ ਕੋਈ ਚੱਕਰ ਵਾਲੀ ਗੱਲ ਨਹੀਂ ਹੁੰਦੀ, ਬਸ ਕੱਢਣ ਵਾਲੇ ਚਾਹੀਦੇ ਆਪਾਂ। ਠੀਕ ਹੈ ਜੀ, ਇੰਗਲਿਸ਼ ਦੇ ਵਿੱਚ ਦੇਖ ਲਿਓ ਕੀ ਕਹਿ ਰਹੇ ਨੇ, ਕਹਿੰਦੇ ਹਾਊ ਮੈਨੀ ਸੱਚ ਵਾਵਲਸ ਆਰ ਦੇਅਰ ਇਨ ਦਾ ਅਬਵ ਅਰੇਂਜਮੈਂਟ ਈਚ ਆਫ ਵਿਚ ਇਜ਼ ਇਮੀਡੀਏਟਲੀ ਪ੍ਰਸੀਡਡ ਬਾਈ ਏ ਨੰਬਰ ਐਂਡ ਇਮੀਡੀਏਟਲੀ
followed by a consonant। ਉਕਤ ਵਿਵਸਥਾ ਵਿੱਚ ਅਜਿਹੇ ਕਿੰਨੇ ਸਵਰ ਹਨ ਜਿਨ੍ਹਾਂ ਦੇ ਠੀਕ ਪਹਿਲਾਂ ਇੱਕ ਸੰਖਿਆ ਆਉਂਦੀ ਹੈ ਅਤੇ ਠੀਕ ਬਾਅਦ ਵਿੱਚ ਇੱਕ ਵਿਅੰਜਨ ਆਉਂਦਾ ਹੈ। ਇਹ ਕਹਿੰਦੇ ਕਿੰਨੇ ਸਵਰ ਹਨ, ਕਹਿੰਦਾ ਮਤਲਬ ਕਿੰਨੇ ਵੋਵਲ ਅੱਖਰ ਹੈ। ਇਹ ਵੋਵਲ ਅੱਖਰ ਕਿਹੜੇ ਕਿਹੜੇ ਹੁੰਦੇ ਆਪਣੇ ਏ, ਈ, ਆਈ, ਓ, ਯੂ। ਇਹ ਆਪਣੇ ਵੋਵਲ ਅੱਖਰ ਹੈਗੇ। ਕੀ ਚੀਜ਼ ਬਣਾਈ ਚਾਹੀਦੀ ਹੈ, ਇਹ ਤੋਂ ਪਹਿਲਾਂ ਇੱਕ ਨੰਬਰ ਹੋਣਾ ਚਾਹੀਦਾ, ਇਸ ਤੋਂ ਬਾਅਦ ਵੋਵਲ ਅੱਖਰ ਹੋਣਾ ਚਾਹੀਦਾ, ਤੇ ਇਸ ਤੋਂ ਬਾਅਦ ਇੱਕ ਕੀ ਹੋਣਾ ਚਾਹੀਦਾ ਬੱਚੋ, ਵਿਅੰਜਨ ਹੋਣਾ ਚਾਹੀਦਾ। ਵਿਅੰਜਨ ਕਿਹੜੇ ਹੁੰਦੇ, ਜਿਹੜੇ ਏ, ਈ, ਆਈ, ਓ, ਯੂ ਤੋਂ ਅਲੱਗ ਹੁੰਦੇ ਆ। ਤਾਂ ਸਭ ਤੋਂ ਪਹਿਲਾਂ ਆਪਾਂ ਵੋਵਲ ਅੱਖਰ ਭਾਲਣੇ ਹੁਣ ਇਹਨਾਂ ਦੇ ਵਿੱਚੋਂ। ਵੋਵਲ ਅੱਖਰ ਸਭ ਤੋਂ ਪਹਿਲਾਂ ਪਿਆ ਈ। ਈ ਵੋਵਲ ਅੱਖਰ ਪਿਆ। ਈ ਤੋਂ ਪਹਿਲਾਂ ਨੰਬਰ ਪਿਆ, ਇਹ ਤੋਂ ਬਾਅਦ ਵਿਅੰਜਨ ਪਿਆ। ਇੱਕ ਟੋਟਾ ਤਾਂ ਬਣ ਗਿਆ। ਇਹ ਤੋਂ ਬਾਅਦ ਹੋਰ ਵੋਵਲ ਅੱਖਰ ਭਾਲੋ। ਇਹ ਤੋਂ ਬਾਅਦ ਮੈਂ ਹੋਰ ਵੋਵਲ ਅੱਖਰ ਭਾਲ ਗਿਆ, ਮੈਨੂੰ ਵੋਵਲ ਅੱਖਰ ਹੈਗਾ ਏ ਤੋਂ ਪਹਿਲਾਂ ਸੰਖਿਆ ਪਈ ਹੈ ਅਤੇ ਬਾਅਦ ਵਿੱਚ ਵਿਅੰਜਨ ਪਿਆ। ਇਹ ਤੋਂ ਬਾਅਦ ਗਿਆ ਭਾਲੀ ਗਿਆ। ਇਹ ਤੋਂ ਬਾਅਦ ਮੈਨੂੰ ਮਿਲ ਗਿਆ ਆਈ ਵੋਵਲ ਅੱਖਰ। ਆਈ ਮਿਲ ਗਿਆ। ਆਈ ਤੋਂ ਮੂਹਰੇ N ਪਿਆ, ਮਗਰ K ਪਿਆ। ਕਹਿੰਦਾ ਮੈਨੂੰ ਮੂਹਰੇ ਸੰਖਿਆ ਚਾਹੀਦੀ ਸੀ, ਇਹ ਕੱਟਿਆ ਗਿਆ ਕਿਉਂਕਿ ਆਪਾਂ ਨੂੰ ਵੋਵਲ ਅੱਖਰ ਹੀ ਚਾਹੀਦੇ ਆ ਵੀ ਨਹੀਂ ਆਉਂਦਾ ਇਹਦੇ ਵਿੱਚ ਸੀਰੀਜ਼ ਦੇ ਵਿੱਚ, ਅਤੇ N ਆਈ ਵੀ ਨਹੀਂ ਆ ਰਿਹਾ, ਵੀ ਨਹੀਂ ਆ ਰਿਹਾ, ਇਹ ਕੱਟੀ ਜਾਂਦਾ ਮੈਂ ਨਾਲ ਦੀ ਨਾਲ। ਠੀਕ ਹੈ। ਇਸ ਤੋਂ ਬਾਅਦ 7W, ਇਹਦਾ ਵੀ ਕੋਈ ਸੰਬੰਧ ਹੈ ਨਹੀਂ ਆਪਸ ਦੇ ਵਿੱਚ, F ਦਾ ਵੀ ਹੈ ਨਹੀਂ, C ਦਾ ਵੀ ਹੈ ਨਹੀਂ, D ਦਾ ਵੀ ਹੈ ਨਹੀਂ। ਇਹ ਤੋਂ ਬਾਅਦ ਯੂ ਚੱਕ ਲਿਆ। ਯੂ ਕੀ ਇੱਕ ਵੋਵਲ ਅੱਖਰ ਹੈ, ਇਹਦੇ ਮੂਹਰੇ ਸੰਖਿਆ ਤਾਂ ਹੈਗੀ ਪਰ ਇਹਦੇ ਬਾਅਦ ਵਿੱਚ ਵੀ ਸੰਖਿਆ ਪਈ ਹੈ, ਇਹ ਵੀ ਨਹੀਂ ਆ ਸਕਦਾ। ਠੀਕ ਹੈ। ਇਸ ਤੋਂ ਬਾਅਦ ਮੈਂ ਕੀ ਚੱਕਿਆ, ਇਸ ਤੋਂ ਬਾਅਦ ਮੈਂ ਚੱਕ ਲਿਆ 22 ਵੀ ਨਹੀਂ ਆਉਂਦਾ। ਠੀਕ ਹੈ। ਕਹਿੰਦਾ ਮਤਲਬ ਮੈਨੂੰ ਦੋ ਸੰਖਿਆਵਾਂ ਵੀ ਮਿਲੀਆਂ ਬੱਚਿਓ ਜਿਹੜੀਆਂ ਇਹ ਕੰਡੀਸ਼ਨ ਸੈਟਿਸਫਾਈ ਕਰਦੀਆਂ, ਜਿਹਨਾਂ ਦੇ ਮੂਹਰੇ ਨੰਬਰ ਆ ਰਿਹਾ, ਬਾਅਦ ਵਿੱਚ ਵੋਵਲ ਆ ਰਿਹਾ ਹੈਗਾ ਅਤੇ ਬਾਅਦ ਵਿੱਚ ਵਿਅੰਜਨ ਆ ਰਿਹਾ ਹੈਗਾ। ਠੀਕ ਹੈ ਜੀ। ਤਾਂ ਦੋ ਕੰਡੀਸ਼ਨ ਹੀ ਮਿਲੀਆਂ ਮੈਨੂੰ, ਤਾਂ ਮੈਂ ਇਹਦਾ ਆਨਸਰ ਲਾਊਂਗਾ C ਨੰਬਰ ਆਪਸ਼ਨ, ਅਤੇ C ਨੰਬਰ ਆਪਸ਼ਨ ਇਹਦਾ ਆਨਸਰ ਹੈਗਾ। ਇਸ ਤੋਂ ਬਾਅਦ ਅਗਲੇ 'ਤੇ ਬਸ ਜਿਹੜੇ ਬੰਦੇ ਨੇ ਇਹ ਵੀਡੀਓ ਦੇ ਵਿੱਚ ਬੱਚਿਓ ਸਵਰ ਅਤੇ ਵਿਅੰਜਨ ਸਮਝ ਲਏ, ਬਸ ਉਹ ਪੇਪਰ ਦੇ ਵਿੱਚੋਂ ਮਾਰ ਨਹੀਂ ਖਾਊਗਾ। ਓਕੇ। ਹੁਣ ਦੇਖੋ ਅਗਲੇ 'ਚ ਕੀ ਕਹਿ ਰਹੇ ਨੇ। ਕਹਿੰਦੇ ਉਪਰੋਕਤ ਵਿਵਸਥਾ ਵਿੱਚ ਅਜਿਹੀਆਂ ਕਿੰਨੀਆਂ ਸੰਖਿਆਵਾਂ ਹਨ ਜਿਨ੍ਹਾਂ ਤੋਂ ਠੀਕ ਪਹਿਲਾਂ ਇੱਕ ਵਿਅੰਜਨ ਆਉਂਦਾ ਹੈ ਪਰੰਤੂ ਠੀਕ ਬਾਅਦ ਵਿਅੰਜਨ ਨਹੀਂ ਆਉਂਦਾ। ਉਹੀ ਚੀਜ਼ ਆ ਗਈ। ਠੀਕ ਹੈ। ਇਹ ਕਿਹੜੀਆਂ ਸੰਖਿਆਵਾਂ ਹਨ, ਨੰਬਰ, ਜ਼ੂਮ ਕਰ ਲਈਏ, ਚਲੋ ਕਰੀਏ ਲਿਖੀਏ। ਅਜਿਹੇ ਕਿੰਨੇ ਨੰਬਰ ਹਨ ਜਿਨ੍ਹਾਂ ਤੋਂ ਠੀਕ ਪਹਿਲਾਂ ਵਿਅੰਜਨ ਆਉਂਦਾ ਹੈ, ਇੱਥੇ ਲਿਖ ਲਓ ਵਿਅੰਜਨ, ਅਤੇ ਬਾਅਦ ਵਿੱਚ ਵਿਅੰਜਨ ਨਹੀਂ ਆਉਂਦਾ, ਬਾਅਦ ਵਿੱਚ ਵਿਅੰਜਨ ਨਹੀਂ ਆਉਣਾ ਚਾਹੀਦਾ, ਵਿਅੰਜਨ ਨਹੀਂ ਆਉਣਾ ਚਾਹੀਦਾ। ਚੰਨਾ ਜੇ ਕੋਈ ਚੱਕਰ ਨਹੀਂ, ਵੋਵਲ ਅੱਖਰ ਜੇ ਕੋਈ ਚੱਕਰ ਨਹੀਂ, ਸੰਖਿਆ ਜੇ ਕੋਈ ਚੱਕਰ ਨਹੀਂ, ਪਰ ਵਿਅੰਜਨ ਨਹੀਂ ਆਉਣਾ ਚਾਹੀਦਾ। ਜਿਹੇ ਕਿੰਨੇ ਨੰਬਰ ਹਨ, ਸਭ ਤੋਂ ਪਹਿਲਾਂ ਮੈਂ ਚੱਕ ਲਿਆ ਆ ਨੰਬਰ, ਇਹਦੇ ਮੂਹਰੇ ਵਿਅੰਜਨ ਪਿਆ ਅਤੇ ਬਾਅਦ ਵਿੱਚ ਇਹਦੇ ਪਿੱਛੇ ਵਿਅੰਜਨ ਨਹੀਂ ਹੈਗਾ ਕਿਉਂਕਿ ਇਹ ਵੋਵਲ ਅੱਖਰ ਇਹਦੇ ਪਿੱਛੇ। ਤਾਂ ਇਹ ਚੀਜ਼ ਆਪਣੀ ਆ ਗਈ। ਵੋਵਲ ਅੱਖਰ ਕਿਹੜੇ ਕਿਹੜੇ ਹੁੰਦੇ ਵਾਰੀ ਤਾਂ ਹੀ ਲਿਖਣਾ ਕਿ ਤੁਹਾਡੇ ਦਿਮਾਗ ਦੇ ਵਿੱਚ ਇਹ ਚੀਜ਼ ਪੱਕੀ ਹੋ ਜੇ। ਇਸ ਤੋਂ ਬਾਅਦ ਮੈਂ ਗਿਆ ਵਾਵਲ ਅੱਖਰ, ਇਹ ਤੋਂ ਬਾਅਦ ਮੈਂ ਕਿਹੜੇ 'ਤੇ ਗਿਆ, ਇਹ ਤੋਂ ਬਾਅਦ ਹੋਰ ਨੰਬਰ ਭਾਲਿਆ ਮੈਂ 5 ਦੇ ਮੂਹਰੇ ਵਿਅੰਜਨ ਹੈਗਾ, ਅਤੇ 5 ਦੇ ਮੂਹਰੇ ਦਾ ਵਿਅੰਜਨ ਹੈਗਾ ਅਤੇ ਪਿੱਛੇ ਵੀ ਵਿਅੰਜਨ ਹੈਗਾ। ਇਹ ਚੀਜ਼ ਨਹੀਂ ਚਾਹੀਦੀ ਆਪਾਂ ਨੂੰ, ਪਿੱਛੇ ਨਹੀਂ ਵਿਅੰਜਨ ਚਾਹੀਦਾ, ਪਿੱਛੇ ਕੁਛ ਮਰਜ਼ੀ ਹੋਵੇ ਪਰ ਵਿਅੰਜਨ ਨਾ ਹੋਵੇ। ਇਸ ਤੋਂ ਬਾਅਦ ਮੈਂ ਗਿਆ ਫਿਰ ਏਕੇ ਕੋਲੇ, ਆਹ ਦੋ ਅੱਖਰ ਤਾਂ ਕੋਈ ਫਾਇਦਾ ਨਹੀਂ ਇਹਦਾ, ਆਪਾਂ ਨੂੰ ਇਹਨੂੰ ਮਿਟੇ ਦਿਓ। ਇਹ ਤੋਂ ਬਾਅਦ ਗਿਆ ਏਕੇ ਦੇ ਮੂਹਰੇ ਵਿਅੰਜਨ ਤਾਂ ਪਿਆ ਅਤੇ ਪਿੱਛੇ ਦੇ ਵੋਵਲ ਅੱਖਰ ਪਿਆ, ਇਹ ਚੀਜ਼ ਮੰਨ ਗਈ ਆਪਣੇ ਨਾਲ, ਇਹ ਨਾਲ ਚੱਲ ਪਊ ਮੈਂ ਤੁਹਾਡੇ ਨਾਲ। ਇਹ ਤੋਂ ਬਾਅਦ ਤੀਆ ਚੱਕਿਆ, ਸੰਖਿਆ ਚੱਕ, ਤੀਏ ਦੇ ਮੂਹਰੇ ਕਿਊ ਆ, ਤੀਆ ਚੱਕ ਲਿਆ, ਤੀਏ ਦੇ ਮੂਹਰੇ ਕਿਊ ਤਾਂ ਹੈਗਾ ਗਾ, ਤੀਏ ਦੇ ਮੂਹਰੇ ਤਾਂ ਵਿਅੰਜਨ ਹੈਗਾ ਪਰ ਪਿੱਛੇ ਦੇ ਵਿਅੰਜਨ ਹੈ ਨਹੀਂ, ਇਹ ਸੰਖਿਆ ਵੀ ਆਪਣੀ ਸੈਟਿਸਫਾਈ ਕਰ ਦਿਓ ਕਿਉਂਕਿ ਪਿੱਛੇ 8 ਹੈ, ਵਿਅੰਜਨ ਨਹੀਂ ਹੋਣਾ ਚਾਹੀਦਾ, ਹੋਰ ਕੁਛ ਮਰਜ਼ੀ ਹੋਵੇ। ਇਹ ਤੋਂ ਬਾਅਦ ਮੈਂ 7 ਚੱਕ ਲਿਆ। ਠੀਕ ਹੈ ਜੀ। 7 ਦੇ ਮੂਹਰੇ ਤਾਂ ਕੇ ਤਾਂ ਪਿਆ, 7 ਦੇ ਮੂਹਰੇ ਕੇ ਤਾਂ ਪਿਆ ਪਰ ਪਿੱਛੇ ਵੀ ਵਿਅੰਜਨ ਪਿਆ, ਇਹਦੇ ਮੂਹਰੇ ਵੀ ਵਿਅੰਜਨ ਪਿਆ, ਪਿੱਛੇ ਵੀ ਵਿਅੰਜਨ, ਪਿੱਛੇ ਵਿਅੰਜਨ ਨਹੀਂ ਹੋਣਾ ਚਾਹੀਦਾ, ਇਹ ਚੀਜ਼ ਵੀ ਆਪਣੀ ਕੱਟੀ ਗਈ। ਇਹ ਤੋਂ ਬਾਅਦ 6 ਚੱਕ ਲਿਆ। 6 ਦੇ ਮੂਹਰੇ ਐਫ ਪਿਆ। ਠੀਕ ਹੈ ਜੀ। ਅਤੇ ਮੂਹਰੇ ਵੀ ਵਿਅੰਜਨ ਪਿਆ, ਮਗਰ ਵੀ ਵਿਅੰਜਨ ਪਿਆ, ਇਹ ਚੀਜ਼ ਵੀ ਕੱਟੀ ਗਈ। ਇਹ ਤੋਂ ਬਾਅਦ ਮੈਂ 9 ਚੱਕ ਲਿਆ। 9 ਦੇ ਮੂਹਰੇ ਡੀ ਤਾਂ ਪਿਆ, ਵਿਅੰਜਨ ਪਿਆ ਪਰ ਪਿੱਛੇ ਵਿਅੰਜਨ ਨਹੀਂ ਪਿਆ, ਪਿੱਛੇ ਦੇ ਕੀ ਪਿਆ, ਵੋਵਲ ਅੱਖਰ ਪਿਆ। ਠੀਕ ਹੈ ਜੀ। ਇਹ ਵੀ ਕੰਡੀਸ਼ਨ ਆਪਣੀ ਸੈਟਿਸਫਾਈ ਹੋ ਗਈ। ਇਸ ਤੋਂ ਬਾਅਦ ਮੈਂ ਚੱਕ ਲਿਆ ਦੂਆ, ਇਹ ਚੀਜ਼ ਚੱਕ ਲਈ। ਦੁਬਾਰਾ ਮੈਂ ਚੱਕ ਲਿਆ ਦੂਏ ਦੇ ਮੂਹਰੇ ਵੋਵਲ ਅੱਖਰ ਪਿਆ ਹੈਗਾ, ਵਿਅੰਜਨ ਨਹੀਂ ਪਿਆ, ਬਸ ਆਹੀ ਆਊਗਾ। 3 ਆਨਸਰ ਆਊ, 4 ਆਪਸ਼ਨ 4 ਟੋਟੇ ਬਣੇ ਇਹਦੇ।
तो डी नंबर ऑप्शन ਇਹਦਾ आंसर आ जाऊगा। ठीक है जी, डी नंबर ऑप्शन ਇਹਦਾ आंसर आ जाऊगा। ओके, ਹੁਣ ਤਾਂ ਤੁਹਾਨੂੰ ਸਮਝ ਆਈ ਜਾਂਦਾ ਹੋਊਗਾ ਸਾਰਿਆਂ ਨੂੰ, ਮੈਨੂੰ ਨਹੀਂ ਲੱਗਦਾ ਕੋਈ ਬੱਚਾ ਹੋ ਜਿਹਨੂੰ ਸਮਝ ਨਹੀਂ ਆ ਰਿਹਾ ਹੋਣਾ। ਹੇਠ ਲਿਖਿਆ ਵਿੱਚੋਂ ਏ ਅਤੇ ਡੀ ਦੇ ਵਿਚਕਾਰ ਕਿਹੜੀ ਸੰਖਿਆ ਹੈਗੀ? ਏ ਅਤੇ ਡੀ ਦੇ ਵਿਚਕਾਰ ਇਹ ਕਿੱਥੇ ਪਈ ਹੈ? ਏ ਪਿਆ ਆਹ, ਡੀ ਪਿਆ ਆਹ, ਇਹਦੇ ਵਿਚਕਾਰ ਦੱਸਣੀ ਕਿਹੜੀ ਸੰਖਿਆ ਹੈ। 1 2 3 4 5 6 7 8 9 10 11 ਕਹਿੰਦਾ ਉਹਦੇ 5 ਇੱਧਰਲੀਆਂ ਛੱਡ ਦਿੰਦੇ, 5 ਇੱਧਰਲੀਆਂ ਛੱਡ ਦਿਓ ਚਾਹੇ। 1 2 3 4 5 ਇਹਨਾਂ ਦੇ ਵਿਚਕਾਰ ਹੈਗਾ ਆਈ, ਏ ਨੰਬਰ ਆਪਸ਼ਨ ਹੈ। ਠੀਕ ਹੈ, ਕਿਉਂਕਿ 11 ਸੰਖਿਆਵਾਂ 5 ਇੱਧਰ ਕਰ ਦਿਓ, 5 ਇੱਧਰ ਕਰ ਦਿਓ, ਵਿਚਾਲੇ 11ਵੀਂ ਰਹੇਗੀ। ਠੀਕ ਹੈ ਜੀ, ਇਹੋ ਜਿਹੇ ਸਵਾਲ ਤੁਹਾਨੂੰ ਪੇਪਰ ਦੇ ਵਿੱਚ ਆਉਣਗੇ ਜਿਹੜੇ ਤੁਹਾਨੂੰ ਐਂ ਲੱਗਦੇ ਹੁੰਦੇ ਕਿ ਯਾਰ ਇਹ ਇੰਨੇ ਔਖੇ ਸਵਾਲ ਅਸੀਂ ਕਿਵੇਂ ਕੱਢਾਂਗੇ। ਹੁਣ ਆਹ ਸਵਾਲ ਤੁਸੀਂ ਕੱਢਣਾ, ਕੀ ਕਹਿ ਰਹੇ ਨੇ? ਕਹਿੰਦੇ ਜੇ ਉਪਰੋਕਤ ਵਿਵਸਥਾ ਦੇ ਵਿੱਚ ਸਾਰੀਆਂ ਸੰਖਿਆਵਾਂ ਛੱਡ ਦਿੱਤੀਆਂ ਜਾਣ ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਡੀ ਦੇ ਖੱਬੇ ਪਾਸੇ ਤੋਂ ਨੌਵਾਂ ਹੋਵੇਗਾ? ਸਾਰੀਆਂ ਸੰਖਿਆਵਾਂ ਛੱਡ ਦਈਏ ਜੇ ਆਪਾਂ, ਪੇਪਰ ਦੇ ਵਿੱਚ ਤੁਸੀਂ ਐਂ ਨਾ ਕਾਟੇ ਮਾਰਨੇ। ਠੀਕ ਹੈ, ਤੁਸੀਂ ਪੇਪਰ ਦੇ ਵਿੱਚ ਐਂ ਕਰਿਓ, ਅਲੱਗ ਤੋਂ ਲਿਖ ਲਿਓ ਸਾਰੀਆਂ ਸੰਖਿਆਵਾਂ ਆਪਾਂ ਛੱਡਤੀਆਂ। ਜੋ ਸਾਰੀਆਂ ਸੰਖਿਆਵਾਂ ਹੇਠ ਲਿਖਿਆਂ ਵਿੱਚੋਂ ਡੀ ਦੇ ਖੱਬੇ ਪਾਸੇ ਤੋਂ ਨੌਵਾਂ ਕਿਹੜਾ ਹੋਵੇਗਾ? ਡੀ ਕਿੱਥੇ ਪਿਆ? ਆਹ ਪਿਆ ਡੀ, ਇਹਦਾ ਸੱਜਾ ਪਾਸਾ ਆਹ, ਇਹਦਾ ਖੱਬਾ ਪਾਸਾ ਹੈ। ਨੌਵਾਂ ਕਿਹੜਾ ਹੋਊਗਾ ਡੀ ਤੋਂ? 1 2 3 4 5 6 7 8 9 ਨੌਵਾਂ ਜੇ ਹੋਊਗਾ। ਮਿਸਟੇਕ ਹੋਈ ਹੈ ਕਿਤੇ, ਡੀ ਦੇ ਖੱਬੇ ਪਾਸੇ ਤੋਂ ਨੌਵਾਂ, ਡੀ ਦੇ ਖੱਬੇ ਪਾਸੇ ਨੌਵਾਂ 1 2 3 4 5 6 7 8 9 ਹਾਂ ਟੀ ਆਊਗਾ, ਸੌਰੀ ਟੀ ਆਊਗਾ, ਥੋੜ੍ਹੀ ਜਿਹੀ ਕੋਈ ਮਿਸਟੇਕ ਹੋ ਗਈ ਸੀ। ਠੀਕ ਹੈ ਜੀ, ਇਸ ਤੋਂ ਬਾਅਦ ਅਗਲੇ ਦੇ ਵਿੱਚ ਮੈਂ ਇੱਕ ਆਪਣੀ ਉਹਦੀ ਵਾਲੀ ਅੱਖ, ਬਾਜ ਵਾਲੀ ਅੱਖ, ਆਪਣੀ ਬਾਜ ਵਾਲੀ। ਠੀਕ ਹੈ, ਇੱਥੇ ਵੀ ਲੈਫਟ ਦੇਖ ਲਿਆ ਮੈਂ, ਇੱਥੇ ਵੀ ਲੈਫਟ ਦੇਖ ਲਿਆ, ਸੰਖਿਆ ਤਾਂ ਮੈਂ ਦੇਖੀ ਨਹੀਂ। ਇੱਧਰ ਵੀ ਲੈਫਟ ਦੇਖ ਲਿਆ ਮੈਂ, ਇੱਧਰ ਵੀ ਲੈਫਟ ਦੇਖ ਲਿਆ। ਕੀ ਕਹਿ ਰਹੇ ਨੇ ਇਹ? ਕਹਿੰਦੇ ਉਪਰੋਕਤ ਵਿਵਸਥਾ ਦੇ ਵਿੱਚੋਂ ਖੱਬੇ ਸਿਰੇ ਤੋਂ 11ਵੇਂ ਦੇ ਖੱਬੇ ਪਾਸੇ ਤੋਂ 6ਵੇਂ ਸਥਾਨ 'ਤੇ ਕਿਹੜਾ ਹੋਵੇਗਾ? ਖੱਬੇ ਪਾਸੇ ਦੇ 6ਵੇਂ ਸਥਾਨ 'ਤੇ ਕਿਹੜਾ ਹੋਵੇਗਾ? ਖੱਬੇ ਤੇ ਖੱਬੇ ਜਦੋਂ ਆਪਸ ਵਿੱਚ ਜੁੜ ਜਾਣ ਕਿੰਨੇ ਬਣ ਜਾਣਗੇ ਇਹ? ਖੱਬੇ ਦੇ 11ਵੇਂ ਤੇ ਸੱਜੇ ਦੇ 6ਵੇਂ, 17 ਬਣ ਜਾਣਗੇ। 1 2 3 4 5 6 7 8 9 10 11 12 13 14 15 16 17, 17 ਦੇ ਕਿਹੜਾ ਪਿਆ? ਡਬਲ ਜੂ ਹੈ। ਇਹ ਕੀ ਹੋ ਗਿਆ? ਇੱਧਰੋਂ ਤਾਂ ਨਹੀਂ ਕਰ ਸਕਦੇ। 1 2 ਮਿਸਟੇਕ ਕਿੱਥੇ ਰਹੀ ਹੈ? ਇੱਕ ਮਿੰਟ ਵਿੱਚ ਦੇਖਣ ਦੇ ਮੈਨੂੰ, ਆਪਾਂ ਦੂਜੇ ਪਾਸੇ ਦੇ ਖੱਬੇ ਪਾਸੇ 11ਵਾਂ ਚੱਕ ਕੇ ਦੇਖ ਲੈਂਦੇ। ਚਲੋ 1 2 3 4 5 6 7 8 9 10 11ਵਾਂ, 11ਵਾਂ ਕਿਹੜਾ ਸੱਜੇ ਪਾਸੇ ਤੋਂ 3 ਹੈ। ਹੁਣ ਇਹਦੇ ਖੱਬੇ ਪਾਸੇ ਤੋਂ 6ਵਾਂ ਕਿਹੜਾ? ਇਹਦਾ ਖੱਬਾ ਪਾਸਾ ਕਿਹੜਾ ਹੋ ਗਿਆ? ਇੱਧਰਲਾ ਹੋ ਗਿਆ। 1 2 3 4 5 6 5, ਹਾਂ ਠੀਕ ਹੈ 5 ਆਊਗਾ। ਠੀਕ ਹੈ, ਖੱਬੇ ਪਾਸੇ ਤੋਂ ਸਿਰੇ ਜੇ ਖੱਬਾ ਪਾਸਾ ਆਉਂਦਾ ਫਿਰ ਆਪਾਂ ਇਹਦਾ ਮਤਲਬ ਕੀ ਕਰਨਾ? ਮਾਈਨਸ ਕਰਨਾ। ਓਕੇ ਬੱਚਿਓ, ਇੱਥੇ ਮੇਰੀ ਮਿਸਟੇਕ ਸੀ ਥੋੜ੍ਹੀ ਜਿਹੀ, ਸੌਰੀ। ਠੀਕ ਹੈ ਜੀ, ਜੇ ਆਪਾਂ ਨੂੰ ਲੈਫਟ ਟੂ ਲੈਫਟ ਮਿਲਦਾ ਫਿਰ ਆਪਾਂ ਮਾਈਨਸ ਕਰਨਾ। ਉਹ ਸੱਚ ਮੈਂ ਵੀ ਉਹ ਯਾਰ ਮੈਂ ਸ਼ੁਰੂ ਤੋਂ ਦੱਸਿਆ ਨਾ ਕਿ ਰਾਈਟ ਟੂ ਰਾਈਟ ਜੇ ਕਿੱਥੇ ਮਿਲ ਜੇ ਮਾਈਨਸ ਕਰ ਦਿਓ, ਮੈਂ ਜੋੜੀ ਜਾਂਦਾ ਇੱਥੇ। ਸੌਰੀ ਬੱਚੇ, ਮੇਰੀ ਗਲਤੀ ਸੀ ਥੋੜ੍ਹੀ ਜਿਹੀ, ਦਿਮਾਗ ਜਾਂ ਸੈਂਟਰ 'ਚ ਹੈ ਨਹੀਂ। ਜੇ ਲੈਫਟ ਟੂ ਲੈਫਟ ਜਾਂਦੇ ਆ ਫਿਰ ਵੀ ਘਟੂਗਾ, ਜੇ ਰਾਈਟ ਟੂ ਰਾਈਟ ਜਾਂਦੇ ਆ ਫਿਰ ਵੀ ਘਟੂਗਾ, ਜੇ ਲੈਫਟ ਟੂ ਰਾਈਟ ਆ ਜਾਂ ਰਾਈਟ ਤੋਂ ਲੈਫਟ ਆ ਫਿਰ ਜੋੜ ਹੋਊਗਾ। ਇਹਨਾਂ ਦਾ ਸਿੱਧੀ ਰੌਲਾ ਸੀ। ਆਹ ਹੁਣ ਆਪਦੇ ਆਪ ਕਰ ਦਿਓ। 4th ਟੂ ਦਾ ਰਾਈਟ ਐਂਡ 10th ਟੂ ਦਾ ਰਾਈਟ ਐਂਡ ਅਬਵ ਆਫ ਅਰੇਂਜਮੈਂਟ। ਉਪਰੋਕਤ ਵਿਵਸਥਾ ਦੇ ਵਿੱਚ ਸੱਜੇ ਸਿਰੇ ਤੋਂ 10ਵੇਂ ਦੇ ਸੱਜੇ ਪਾਸੇ ਤੋਂ ਚੌਥਾ ਸਥਾਨ ਕਿਹੜਾ ਹੋਵੇਗਾ? ਦੋਨੇ ਪਾਸੇ ਸੱਜੇ ਪਾਸੇ ਆਈ ਜਾਂਦੇ। ਜੋ ਸੱਜਾ ਪਾਸਾ ਹੋਵੇ ਉਦੋਂ ਆਪਾਂ ਕੀ ਕਰਦੇ ਹਾਂ? ਘਟਾਉਣੇ ਹੁੰਦੇ ਆ। ਉਦੋਂ ਆਪਾਂ ਕੀ ਹੁੰਦੇ ਆ? ਘਟਾਉਣੇ ਹੁੰਦੇ ਆ। 10ਵਾਂ ਤੇ ਚੌਥਾ 6 ਆ ਗਿਆ। ਠੀਕ ਹੈ ਜੀ, 1 2 3 4 5 6, 6ਵੇਂ ਤੇ ਕਿਹੜਾ ਆ ਗਿਆ?
डी। ये जी नोट करो, आपकी कापी पैन चक्को दोबारे। फिर जे राइट टू राइट वाली कंडीशन बन रही है तो माइनस होगा, जे लैफ्ट टू लैफ्ट वाली कंडीशन बन रही है तो माइनस होगा, जे राइट टू लैफ्ट या लैफ्ट टू राइट हो रहा है तो जोड़ होगा। ठीक है, ये कंडीशन आपके दिमाग के बिठा लो चंगी तरह। ठीक है, हुण चलते हैं आप अगले सवाल ते। हाउ मैनी सच नंबर आर देयर इन द अबव अरेंजमेंट ईच ऑफ विच इज इमीडिएटली प्रोसीजर बाय द कॉन्सोनेंट एंड इमीडिएटली फॉलोड बाय द सिंबल। उपरोक्त व्यवस्था ਵਿੱਚ ਅਜਿਹੀਆਂ ਕਿੰਨੀਆਂ ਸੰਖਿਆਵਾਂ ਹਨ, ਜਿਹੇ ਕਿੰਨੇ ਨੰਬਰ ਹਨ ਕਹਿੰਦੇ ਜਿਨ੍ਹਾਂ ਤੋਂ ਠੀਕ ਪਹਿਲਾਂ ਵਿਅੰਜਨ ਆਉਂਦਾ ਹੈ ਜਿਹਨੂੰ ਆਪਾਂ ਕੌਨਸੋਨੈਂਟ ਕਹਿ ਦਿੰਦੇ ਆ, ਅਤੇ ਠੀਕ ਬਾਅਦ ਵਿੱਚ ਇਹ ਕੀ ਲਿਖਿਆ ਹੋਇਆ ਇਹਦੇ ਵਿੱਚ ਕੀ ਕਿਹਾ ਹੈ। ਅੱਛਾ, ਠੀਕ ਬਾਅਦ ਵਿੱਚ ਚਿੰਨ੍ਹ ਆਉਂਦਾ ਹੈ। ਓਕੇ ਓਕੇ ਬੱਚਾ, ਚਿੰਨ੍ਹ ਲਿਖਣਾ ਸੀ, ਇੱਥੇ ਮਿਸਟੇਕ ਹੋ ਗਈ, ਇੱਥੇ ਦਿਨ ਨਹੀਂ ਹੈਗਾ, ਇੱਥੇ ਚਿੰਨ੍ਹ ਹੈ। ठीक है, बस भाल लो नंबर लभने है जिन्हों ठीक पहला तो कॉन्सोनेंट आउंदा गा, जिन्हों आप व्यंजन कह देंगे हैं। व्यंजन किहड़े हुंदे आ, ए ई आई ओ यू नूं छड्ड के जिन्ने भी अखर होंदे सारे व्यंजन होंदे। कहंदे उहदे ठीक बाद चों की आवे, उहदे ठीक बाद विच की आवे, चिन्ह आवे। नंबर, चिन्ह, कॉन्सोनेंट जिन्हों आप व्यंजन कह देंगे। ये जी किहड़े आ, किहड़े नंबर? सब तो पहला मैं चक लिया 3 8 8 के मूहरे कॉन्सोनेंट है नहीं। ठीक है जी, मतलब नंबर ही पिया। इदू बाद मैं गया 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 मैं 4 चक लिया, 4 के मूहरे कॉन्सोनेंट पिया पिया पर बाद में चिन्ह है नहीं, और सारी कट्टी गई। इदू बाद मैं चक लिया 7 7 के मूहरे कॉन्सोनेंट है तो बाद में चिन्ह है एक संख्या लभ गई अपन। इदू बाद एक ते आ गया, एक के मूहरे चिन्ह है, 6 के मूहरे एक है। इदू बाद आप गया 9 ते, 9 के मूहरे की है कॉन्सोनेंट है पर पिछे की है, पिछे बाउल अखर है, ये भी गलत है, और सारे कट्टी जाएंगे। ठीक है जी, इदू बाद मैं गया जी ते, जी के मूहरे कॉन्सोनेंट है नहीं बच्चों, ये बाउल अखर है तो ये भी कट्टे गए। ठीक है, इस बार मैं 2 चक, 2 के मूहरे के है पिछले किसी कॉन्सोनेंट है किन्नियां संख्या मांगा, सिर्फ 2 ही मैंने ये चीज़ां लभीआं जिन्हां दे मूहरे कॉन्सोनेंट ते पिछे चिन्ह है, तो इहदा आंसर आ जाऊगा सी नंबर ऑप्शन। हुण अगला प्रश्न, व्यवस्था में खब्बे सिरे तो 13वें ते खब्बे सिरे तो 8वें स्थान पर किहड़ा है। तुसीं कुछ नहीं देखना, तुसीं इहो जिहे प्रश्न की रकम सिर्फ अंग्रेजी दे विच लिखनी है। इत्थे भी लैफ्ट पिया, इत्थे भी लैफ्ट पिया, राइट किते लिखे ही नहीं, तो जो अपन लैफ्ट तो लैफ्ट मिल जाए उदों आप की करते होंगे हैं, बोलो बोलो अन्न खाणिओ, बोल पिया करो, माड़ा मोटा हिला लिया करो दिमाग नूं ऐ करके। ठीक है, जिन्होंने याद लग जूगी, आप कोई रब नाल वादा नहीं करके आए कि हे परमात्मा जिवें तूं सानूं दिमाग दिता असीं बिल्कुल नहीं वरतना, असीं उवें जिवें ही तैनूं वापस करके जाना गा। ठीक है, तां करके तो उदों आप की करते होंगे भले मानसो माइनस करते होंगे हैं। इत्थे 8वां पिया, इत्थे 13वां पिया, 13 दे विचों 8 घटा दो, किन्ने बच गए, 4 बच गए। ठीक है जी, तो लैफ्ट वाला पासा किहड़ा है, लैफ्ट वाला पासा है, लैफ्ट पासे चौथा किहड़ा है, 1 2 3 4 क्यू आ गया, आ पिया सी नंबर ऑप्शन। क्यों नहीं किम कड्ढे, 13वां दे विचों 8 कड्ढे, 13 दे विचों 8 किन्ने हुंदे आ, दस दिया करो ना मैनू। 13 दे विचों 8 कड्ढे 5 हुंदे आ, 1 2 3 4 5, 5वें तैयार आऊगी। चलो जे उपरोक्त व्यवस्था दे विच सारे चिन्हां अते संख्यावां नूं छड्ड दित्ता जावे तां हेठ लिखिआं विचों सज्जे पासे तो 10वां किहड़ा होवेगा। सज्जा पासा किहड़ा हुंदा है, आ हुंदा है, खब्बा पासा किहड़ा हुंदा, आ हुंदा। जेकर आपां चिन्ह भी छड्ड दईए, संख्यावां भी छड्ड दईए तां हेठ लिखो जी 10वें नंबर ते किहड़ा आऊगा, चिन्ह भी छड्डणे आ ते संख्यावां भी छड्डणीआं। 1 2 3 4 5 6 7 8 8 9 10 जे होगा।
ठीक है, जे होगा। इस तो बाद सीरीज है बच्चों, आ जी हूँ आह इन्हें क्वेश्चन मार्क लाया, इतने कि सीरीज बनूगी ये पूछ रहे हैं ये। चलो बना देने सीरीज। सब तो पहले क्यू चकते हैं, फिर एक अखर छड्ड के ये सारी रकम चक लेंगे है। ठीक है जी। इस तो बाद ये चकते हैं 2 अखर छड्ड के 7 चक लिया। 7 तो बाद चकते हैं ये 1 अखर छड्ड के 2 अखर। इदों बाद फिर ये 2 अखर छड्ड देंगे। इदों बाद जिवें एक चक लिया, एक दो बार ये चकते हैं 5 आ। एक मिनट, एक दो बार 5 नहीं चकते ये, हाँ 1 अखर छड्ड देंगे नाल दा। इदों बाद चकते हैं ये 5 ते एफ। इदों बाद 2 अखर छड्डते, इदों बाद 9 चक लिया, नाल आह ई छड्ड देणगे ते जी ते क्वेश्चन मार्क चक लैणगे। जी 9 जी ते क्वेश्चन मार्क कित्थे पिया ये, आ पिया बी नंबर ऑप्शन ते। लो ये सीरीज के सवाल है, ये अल्फाबेट सीरीज भी कवर हो रही है, नाल अपनी नंबर सीरीज भी कवर हो रही है। किसी भी बच्चे ने भुल के भी नहीं लैक्चर छड्डना, फ्री दे विच लैक्चर है, जे तो लाओगे चज नाल ठीक है, नहीं मैं लाने बंद कर दूंगा। ठीक है, नहीं सुनो मैं घट्टो घट्ट 30-40 वीडियो प्रोवाइड करवाऊंगा यह लैक्चर दी सारे A to Z जिन्ने भी पेपर आए हैं। रीजनिंग के विचों तुहाडे नाल मेरा वादा गा 15 दे विचों 15 नंबर लै जाओगे। वट कंडीशन जे तुसी किसी किसी 13 नंबर भी 12 नंबर भी, उसका कारण पता की होगा, उसका कारण होगा टाइमिंग। ठीक है, पर इन्ना होगा, इन्ना थोड़े नाल वादा होगा कि यह जिहा रीजनिंग के प्रेशन नहीं आऊगा जिहड़ा तुहानूं ना आउंदा होगा। ठीक है, चलो 24वें ते आ जाओ। कहते अजिहे किन्ने व्यंजन हैं AEIOU ਨੂੰ ਛੱਡ ਕੇ ਜਿਹੜੇ ਅੱਖਰ ਬਚੇ ਜਾਂਦੇ ABC ਦੇ ਵਿੱਚ, ਸਾਰੇ ਵਿਅੰਜਨ ਹੀ ਹੁੰਦੇ ਆ। ਕਹਿੰਦੇ ਜਿਨ੍ਹਾਂ ਤੋਂ ਠੀਕ ਪਹਿਲਾਂ ਸਵਰ ਆਉਂਦਾ ਗਾ। ਇਹ ਜੇ ਕਿੰਨੇ ਵਿਅੰਜਨ ਹਨ ਜਿਨ੍ਹਾਂ ਤੋਂ ਠੀਕ ਪਹਿਲਾਂ ਸਵਰ ਆਉਂਦਾ, ਇਹਨੂੰ ਤਾਂ ਕਹਿੰਦੇ ਆਪਾਂ ਕੌਨਸੋਨੈਂਟ, ਇਹਨੂੰ ਕਹਿੰਦੇ ਨੇ ਆਪਾਂ ਵੋਵਲ ਆਉਂਦੇ ਹਨ। ਪਰੰਤੂ ਬਾਅਦ ਵਿੱਚ ਇੱਕ ਵਿਅੰਜਨ ਆਉਂਦਾ ਹੋਵੇ ਤੇ ਬਾਅਦ ਵਿੱਚ ਵੀ ਇੱਕ ਵਿਅੰਜਨ ਆਵੇ, ਆਏ ਲਿਖ ਲਿਆ ਕੋ ਥੱਲੇ, ਫਿਰ ਯਾਦ ਰਹਿ ਜਾਂਦੇ ਆ। ਠੀਕ ਹੈ ਜੀ। ਚਲੋ ਕਿਹੜੇ ਸਵਰ ਚੱਕੀਏ। ਸਵਰ ਪਹਿਲਾਂ 'ਚ ਮੈਂ ਭਰਨ ਗਿਆ ਸਵਰ ਜਦੋਂ ਉੱਥੇ ਆਇਆ ਮੈਨੂੰ ਇਹਨਾਂ ਦੇ ਵਿੱਚ ਤਾਂ ਅੱਛਾ ਵਿਅੰਜਨ ਚੱਕਣਾ ਪਹਿਲਾਂ ਆਪਾਂ। ਸਭ ਤੋਂ ਪਹਿਲਾਂ ਮੈਂ ਵਿਅੰਜਨ ਚੱਕ ਲਿਆ ਕਿਊ। ਕਿਊ ਦੇ ਮੂਹਰੇ ਸਵਰ ਹੈਗਾ ਗਾ, ਹੈ ਨਹੀਂ। ਫਿਰ ਮੈਂ ਚੱਕ ਲਿਆ ਆਰ। ਆਰ ਦੇ ਮੂਹਰੇ ਕਿਊ ਹੈਗਾ ਗਾ, ਇਹ ਸਵਰ ਹੈ ਨਹੀਂ। ਆ ਵੀ ਨਹੀਂ ਹੈਗਾ, ਤਾਂ ਕੱਟੇ ਗਏ ਸਾਰੇ ਇੱਥੋਂ ਤੱਕ, ਆ ਵੀ ਕੱਟੇ ਗਏ, ਆ ਵੀ ਕੱਟਿਆ ਗਿਆ। ਮੈਨੂੰ ਇੱਥੇ ਆ ਗਿਆ ਜੇ। ਜੇ ਤੋਂ ਪਹਿਲਾਂ ਸਵਰ ਹੈਗਾ, ਜੇ ਤੋਂ ਪਹਿਲਾਂ ਸਵਰ ਪਿਆ ਅਤੇ ਬਾਅਦ ਵਿੱਚ ਵਿਅੰਜਨ ਹੈ ਨਹੀਂ, ਕਿਉਂਕਿ ਜੂ ਤਾਂ ਆਪਣਾ ਆ ਜਾਂਦਾ ਬੱਚੋ ਵੋਵਲ ਅੱਖਰਾਂ ਦੇ ਵਿੱਚ। ਆ ਵੀ ਨਹੀਂ ਆਊਗਾ, ਆ ਵੀ ਨਹੀਂ ਆਊਗਾ, ਆ ਵੀ ਨਹੀਂ ਆਊਗਾ। ਦੁਬਾਰਾ ਮੈਂ ਚੱਕ ਲਿਆ ਏ, ਆ ਵੀ ਨਹੀਂ ਆਊਗਾ। ਇਹ ਦੁਬਾਰਾ ਮੈਂ ਵਿਅੰਜਨ, ਇਹਦੇ ਮੂਹਰੇ ਇਹਦੇ ਬਾਅਦ 'ਚ ਸੰਖਿਆ ਆਉਂਦੀ ਹੈ। ਜੀ ਕੀ ਇੱਕ ਵਿਅੰਜਨ, ਇਹਦੇ ਮੂਹਰੇ ਸਵਰ ਮਿਲ ਗਿਆ ਅਤੇ ਬਾਅਦ ਵਿੱਚ ਆਪਾਂ ਨੂੰ ਇੱਥੇ ਚਿੰਨ੍ਹ ਮਿਲ ਗਿਆ। ਇੱਥੇ ਵੀ ਆਪਾਂ ਨੂੰ ਕੌਨਸੋਨੈਂਟ ਹੀ ਚਾਹੀਦਾ ਸੀ। ਫਿਰ ਆਪਾਂ W ਚੱਕ ਲਿਆ। W ਦੇ ਮੂਹਰੇ ਸਵਰ ਨਹੀਂ ਹੈਗਾ। ਫਿਰ ਆਪਾਂ ਕੇ ਚੱਕ ਲਈ। ਮੈਨੂੰ ਕੁਛ ਨਹੀਂ ਲੱਭਿਆ ਪਈ ਸਾਰੀ ਵੀਡੀਓ, ਨਨ ਆਫ ਆਪਾਂ ਆਨਸਰ ਆਊਗਾ ਇਹਦਾ, ਇਹ ਨੰਬਰ ਆਪਸ਼ਨ। ਠੀਕ ਹੈ, ਬਸ 25 ਪ੍ਰਸ਼ਨ ਹੋ ਗਏ ਬੱਚਿਓ, 24 ਹੋ ਗਏ ਅਤੇ ਬਾਕੀ ਆਪਾਂ ਕੱਲ੍ਹ ਨੂੰ ਕਵਰ ਕਰਾਂਗੇ। ਠੀਕ ਹੈ, ਤੁਹਾਨੂੰ 3 ਵੀਡੀਓ ਪ੍ਰੋਵਾਈਡ ਹੋਣਗੀਆਂ, ਇਹਦੀਆਂ ਪੂਰੇ ਵਧੀਆ ਢੰਗ ਨਾਲ ਹੋਣਗੀਆਂ। ਕਹਿਣ ਦਾ ਮਤਲਬ ਕਿ ਇਹ ਵੀਡੀਓ ਦੇ ਵਿੱਚ ਬੱਚੋ ਤੁਹਾਡੀਆਂ ਇੱਕ ਤਾਂ ਰੈਂਕਿੰਗ ਕੰਪਲੀਟ ਹੋਊਗੀ, ਇੱਕ ਤੁਹਾਡੀ ਹੋਊਗੀ ਅਲਫਾਬੈਟ ਸੀਰੀਜ਼, ਨੰਬਰ ਸੀਰੀਜ਼, ਕੋਡਿੰਗ ਐਂਡ ਡੀਕੋਡਿੰਗ। ਇਹ ਚਾਰੇ ਇਕਾਈਆਂ ਬੱਚੋ ਤੁਹਾਡੀਆਂ ਇਹ ਇਕਾਈ ਦੇ ਵਿੱਚ ਕੰਪਲੀਟ ਹੋ ਜਾਣਗੀਆਂ ਇੱਕ ਦੇ ਵਿੱਚ ਹੀ, ਜੇ ਤੁਸੀਂ ਧਿਆਨ ਨਾਲ ਲਾਓਗੇ। ਅਤੇ ਇਹਦੇ ਵਿੱਚ ਬਹੁਤ % ਸੀਟਿੰਗ ਅਰੇਂਜਮੈਂਟ ਵੀ ਤੁਹਾਡੀ 25 ਤੋਂ 30% ਕਵਰ ਹੋ ਜਾਣੀ ਇਹਦੇ ਵਿੱਚ। ਤਾਂ ਇਹ ਲੈਕਚਰ ਛੱਡਿਓ ਨਾ, ਜੇ ਤੁਸੀਂ ਲੈਕਚਰ ਨੂੰ ਪੂਰਾ ਹੰਗਾਰਾ ਦਿਓਗੇ ਤਾਂ ਤੁਹਾਨੂੰ ਇੱਕ ਹੋਰ ਲੈਕਚਰ ਮਿਲ ਜੂਗਾ, 3-4 ਹੋਰ ਲੈਕਚਰ ਮਿਲਣਗੇ ਤੁਹਾਨੂੰ, ਹਜੇ ਡਾਟਾ ਸਫੀਸ਼ੀਐਂਟੀ ਲੈਕਚਰ ਵੀ ਤੁਹਾਨੂੰ ਮਿਲਣਗੇ। ਠੀਕ ਹੈ ਜੀ, ਧੰਨਵਾਦ।